ਹੈਲੋ ਦੋਸਤੋ, ਮੋਸਟ ਵੈਲਕਮ ਇੱਕ ਹੋਰ ਵੀਡੀਓ ਦੇ ਵਿੱਚ। ਤਾਂ ਅੱਜ ਆਪਾਂ ਕੀ ਕਰਨਾ ਹੈ, ਪੰਜਾਬੀ ਦੀ ਕਲਾਸ ਸ਼ੁਰੂ ਹੋ ਚੁੱਕੀ ਹੈ ਆਪਣੀ। ਠੀਕ ਹੈ, ਪੰਜਾਬੀ ਦਾ ਧਿਆਨ ਨਾਲ ਸੁਣ ਲਓ ਪਹਿਲਾਂ ਤਾਂ ਸਾਰੇ ਬੱਚੇ ਕਿ ਆਪਾਂ ਬੇਸਿਕ ਤੋਂ ਲੈ ਕੇ, ਠੀਕ ਹੈ, ਬੇਸਿਕ ਤੋਂ ਲੈ ਕੇ ਹਾਈ ਲੈਵਲ ਤੱਕ ਚੱਲਾਂਗੇ, ਜਿਵੇਂ ਆਪਾਂ ਹਿੰਦੀ ਦਾ ਕਰ ਰਹੇ ਹਾਂ। ਠੀਕ ਹੈ, ਬੇਸਿਕ ਤੋਂ ਲੈ ਕੇ ਹਾਈ ਲੈਵਲ ਤੱਕ। ਦੋ ਤਿੰਨ ਡਾਊਟ ਤੁਹਾਡੇ ਕਲਾਸ ਸ਼ੁਰੂ ਹੋਣ ਤੋਂ ਪਹਿਲਾਂ ਮੈਂ ਕਲੀਅਰ ਕਰ ਦੇਣਾ ਚਾਹੁੰਦਾ। ਇੱਕ ਤਾਂ ਕਲਾਸ ਜਦੋਂ ਖਤਮ ਹੋ ਗਈ ਉਸ ਤੋਂ ਬਾਅਦ ਬੱਚਿਆਂ ਦਾ ਇੱਕ ਕਮੈਂਟ ਜ਼ਰੂਰ ਆਉਂਦਾ ਹੁੰਦਾ ਕਿ ਕਿਹੜੇ ਐਗਜ਼ਾਮ ਵਾਸਤੇ ਹੈ। ਠੀਕ ਹੈ, ਦੂਸਰੀ ਗੱਲ ਇਹ ਆਉਂਦੀ ਹੁੰਦੀ ਹੈ ਕਿ ਸਰ MCQ ਵਗੈਰਾ ਕਰਾਂਗੇ ਕਿ ਨਹੀਂ। ਤੇ ਤੀਸਰਾ ਇੱਕ ਲਾਸਟ ਜਾਂ ਕਹਿ ਲਓ ਕੋਈ ਨਾ ਕੋਈ ਸਵਾਲ ਜ਼ਰੂਰ ਆਉਂਦਾ ਹੁੰਦਾ ਕਿ ਸਫੀਸ਼ੀਐਂਟ ਹੈ ਸਰ ਇੰਨਾ ਕਿ ਹੋਰ ਕਿਤੋਂ ਵੀ ਪੜ੍ਹਨਾ। ਠੀਕ ਹੈ, ਇਹ ਪਹਿਲਾਂ ਤਿੰਨੇ ਸਵਾਲਾਂ ਦੇ ਜਵਾਬ ਸੁਣ ਲਓ ਮੇਰੇ ਤੋਂ। ਫਸਟ ਜਿਹੜਾ ਕੁਐਸਚਨ ਮਾਰਕ ਹੈ ਉਹਦਾ ਜਵਾਬ ਤੁਹਾਡਾ ਲਿਖਿਆ ਹੋਇਆ। ਵੈਸੇ ਤਾਂ ਬਸ ਇੱਕ ਚੀਜ਼ ਦਿਮਾਗ 'ਚ ਬਿਠਾ ਲਓ, ਲਿਖਿਆ ਨੂੰ ਮੈਂ ਕੁਛ ਵੀ ਲਿਖਿਆ ਹੋਵੇ ਭਲਾਂ ਦੀ ਇਹ ਤਿੰਨੇ ਨਾ ਲਿਖੇ ਹੋਣ, ਚੌਥਾ ਹੀ ਕੁਛ ਲਿਖਿਆ ਹੋਵੇ। ਇੱਕ ਚੀਜ਼ ਦਿਮਾਗ 'ਚ ਬਿਠਾ ਲਓ, ਜੇ ਤੁਸੀਂ ਪੰਜਾਬ ਦਾ ਐਗਜ਼ਾਮ ਦੇ ਰਹੇ ਹੋ, ਠੀਕ ਹੈ, ਜਾਂ ਕੋਈ ਅਦਰ ਐਗਜ਼ਾਮ ਦੇ ਰਹੇ ਹੋ, ਜੇ ਉਹਦੇ ਵਿੱਚ ਪੰਜਾਬੀ ਸਬਜੈਕਟ ਹੈਗਾ ਤਾਂ ਉਹਦੇ ਵਿੱਚ ਜਿਹੜੇ ਸਾਰੇ ਟੌਪਿਕ ਹੈ, ਮੰਨ ਲਓ 10 ਟੌਪਿਕ ਹੈ ਨਾ, ਤਾਂ 10 ਦੇ ਵਿੱਚੋਂ 9 ਤਾਂ ਰਲਦੇ ਹੀ ਹੋਣਗੇ। ਸਭ ਤੋਂ ਬੇਸਿਕ ਟੌਪਿਕ ਹੈ ਜਿਹੜਾ ਵਿਆਕਰਨ। ਠੀਕ ਹੈ, ਵਿਆਕਰਨ ਮਿਲਦਾ ਹੋਊਗਾ। ਨੈਕਸਟ ਕੀ ਹੈ ਆਪਣੇ ਕੋਲੇ, ਵਿਆਕਰਨ ਤੋਂ ਇਲਾਵਾ ਕਿਹੜਾ ਮਿਲਦਾ ਹੋਊਗਾ, ਨਾਲ ਮਿਲਦਾ ਹੋਊਗਾ ਤੁਹਾਨੂੰ ਲਿੰਗ ਵਚਨ, ਸਾਰੀਆਂ ਚੀਜ਼ਾਂ ਵਿੱਚ ਆ ਜਾਣਗੀਆਂ। ਠੀਕ ਹੈ, ਉਸ ਤੋਂ ਬਾਅਦ ਹੋਰ ਕਿਹੜਾ ਮਿਲਦਾ ਹੋ ਸਕਦਾ, ਭਾਸ਼ਾ। ਆ ਦੋ ਟੌਪਿਕ ਤਾਂ ਮਿਲਦੇ ਹੀ ਮਿਲਦੇ ਹੋਣੇ ਆ। ਤਾਂ ਚੁੱਪ ਕਰਕੇ ਇੱਕ ਚੀਜ਼ ਦਿਮਾਗ 'ਚ ਬਿਠਾ ਲਿਓ ਕਿ ਜਿਹੜਾ ਵੀ ਬੱਚਾ ਦੇਖ ਰਿਹਾ ਇਹ ਤੁਹਾਡੇ ਹੀ ਐਗਜ਼ਾਮ ਵਾਸਤੇ ਹੈ। ਸਿਰਫ ਇੱਕ ਚੀਜ਼ ਚੇਂਜ ਹੁੰਦੀ ਹੈ, ਜੇ ਕੰਸੈਪਟ ਦਿੱਤੇ ਹੋਣ ਕਿ ਉਹਦੇ ਵਿੱਚ ਮੰਨ ਲਓ ਵਿਆਕਰਨ ਦਿੱਤਾ, ਠੀਕ ਹੈ, ਮੰਨ ਲਓ ਵਿਆਕਰਨ ਦਿੱਤਾ ਤਾਂ ਉਹਦੇ ਵਿੱਚ ਕੀ ਹੈ, ਕੋਈ ਨਾ ਕੋਈ, ਜੇ ਲੋ ਲੈਵਲ ਦਾ ਐਗਜ਼ਾਮ ਹੈ ਤਾਂ ਟੌਪਿਕ ਘੱਟ ਦਿੱਤਾ ਹੋ ਸਕਦਾ, ਪਰ ਵਿਆਕਰਨ ਉਹੀ ਹੈ, ਉਹੀ ਤੁਹਾਡਾ ਧੁਨੀ ਬੋਧ ਹੈ, ਉਹੀ ਸ਼ਬਦ ਬੋਧ ਹੈ, ਉਹੀ ਅਰਥ ਬੋਧ ਹੈ, ਉਹੀ ਵਾਕ ਬੋਧ ਹੈ, ਸਾਰਾ ਕੁਝ ਸੇਮ ਹੈ। ਪਰ ਆਪਾਂ ਕਿਵੇਂ ਕਰਾਂਗੇ ਹੁਣ, ਤੁਹਾਨੂੰ ਜਿਹੜੇ ਬੱਚੇ ਨੂੰ ਬਿਲਕੁਲ ਹੀ ਨਹੀਂ ਆਉਂਦਾ, ਮਤਲਬ ਜ਼ੀਰੋ ਤੋਂ ਉਹਨੇ ਸ਼ੁਰੂ ਕਰਨਾ, ਤਾਂ ਸਮਝੋ ਉਹਨੂੰ ਮੈਂ ਹਾਈ ਲੈਵਲ ਤੱਕ ਕਰਾ ਦੂੰਗਾ। ਤਾਂ ਇੱਕ ਚੀਜ਼ ਉਹਨੇ ਧਿਆਨ 'ਚ ਰੱਖਣੀ ਹੈ, ਜੇ ਉਹਨੇ ਵਧੀਆ ਤਿਆਰੀ ਕਰਨੀ ਹੈ ਤਾਂ ਸਕਿਪ 1 ਸੈਕਿੰਡ ਵੀ ਨਹੀਂ ਕਰਨਾ ਵੀਡੀਓ ਦਾ। ਠੀਕ ਹੈ, ਫਾਲਤੂ, ਕਿਉਂਕਿ ਮੈਂ ਹੁਣ ਸਟਾਰਟਿੰਗ ਇੰਟਰੋਡਕਸ਼ਨ ਦੇ ਰਿਹਾ, ਹੋਰ ਵੀਡੀਓ 'ਚ ਇੰਨੀ ਇੰਟਰੋਡਕਸ਼ਨ ਕੋਈ ਵੀ ਨਹੀਂ ਦਊਂਗਾ, ਨਾ ਕੋਈ ਐਡਵਰਟਾਈਜ਼ਮੈਂਟ ਕਰੂੰਗਾ ਕਿ ਆਈ ਲਾਈਕ ਸ਼ੇਅਰ ਕਮੈਂਟ ਕਰ ਦਿਓ। ਸਿਰਫ ਤੇ ਸਿਰਫ ਜਿਹੜੇ ਟੌਪਿਕ ਤੇ ਮੈਂ ਗੱਲ ਕਰੂੰਗਾ ਸ਼ੁਰੂ, ਤਾਂ ਉਸੇ ਤੇ ਹੀ ਖਤਮ ਕਰੂੰਗਾ। ਠੀਕ ਹੈ, ਤਾਂ ਇਹ ਜਿਹੜਾ ਪਹਿਲਾ ਸੀ ਤੁਹਾਡਾ ਕਿ ਸਰ ਕਿਹੜੇ ਐਗਜ਼ਾਮ ਵਾਸਤੇ ਹੈ, ਤਾਂ ਸਮਝੋ ਜੇ ਤੁਸੀਂ ਪੰਜਾਬੀ ਸਬਜੈਕਟ ਹੈਗਾ ਤਾਂ ਸਾਰੇ ਐਗਜ਼ਾਮ ਵਾਸਤੇ ਹੀ ਹੈ। ਠੀਕ ਹੈ, ਐਗਜ਼ਾਮਸ ਵਾਸਤੇ ਹੈ ਸਾਰਿਆਂ ਵਾਸਤੇ। ਨੈਕਸਟ ਸੈਕਿੰਡ ਤੁਹਾਡਾ ਕੁਐਸਚਨ ਕੀ ਸੀ ਕਿ ਸਰ ਇਸ ਤੋਂ ਇਲਾਵਾ ਜਿਹੜਾ ਕੋਈ ਹੋਰ ਪੜ੍ਹਨਾ ਜਾਂ ਤੁਸੀਂ ਸਾਰਾ ਕਰਾ ਦੋਗੇ ਜਾਂ ਕੁਛ ਵੀ ਹੈ ਕਿ ਨਹੀਂ ਇਹਦੇ ਵਿੱਚ ਕੁਛ ਰਹਿ ਜਾਊਗਾ, ਤਾਂ ਮੈਂ ਤੁਹਾਨੂੰ ਦੱਸ ਦਿੰਦਾ ਕਿ ਮੈਂ A to Z ਸਾਰਾ ਕੁਝ ਕਰਾਊਂਗਾ। A to Z ਦਾ ਮਤਲਬ, ਜੇ ਹੁਣ ਆਪਾਂ, ਜੇ ਤੁਸੀਂ ਸੋਚਦੇ ਹੋ ਕਿ ਆਪਾਂ ਹਿਸਟਰੀ ਤੋਂ ਲੈ ਕੇ ਹੁਣ ਤੱਕ ਕਰਾ ਦੂੰਗਾ, ਤਾਂ ਉਹ ਤਾਂ ਤੁਹਾਡੇ ਐਗਜ਼ਾਮ ਦੇ ਵਿੱਚ ਆਉਣ ਵੀ ਨਹੀਂ ਵਾਲਾ। A to Z ਦਾ ਮਤਲਬ ਹੈ ਜਿਹੜੇ ਤੁਹਾਡੇ ਐਗਜ਼ਾਮ ਦੇ ਪੁਆਇੰਟ ਆਫ ਵਿਊ ਤੋਂ ਮੋਸਟ ਇੰਪੋਰਟੈਂਟ ਕੁਐਸਚਨ ਬਣਨਗੇ। ਠੀਕ ਹੈ, ਇੱਕ ਹੋਰ ਕੁਐਸਚਨ ਬਣਦਾ ਕਿ ਸਰ MCQ ਕਰਾਉਂਗੇ ਕਿ ਨਹੀਂ, ਤਾਂ ਜ਼ਰੂਰ MCQ ਵੀ ਉਹ ਕਰਾਊਂਗਾ ਜਿਹੜੇ ਤੁਸੀਂ ਪਹਿਲਾਂ ਕਦੇ ਕੀਤੇ ਨਹੀਂ ਹੋਣੇ। ਮੈਂ ਖੁਦ MCQ ਬਣਾ ਕੇ ਤੁਹਾਨੂੰ ਤੁਹਾਡੇ ਸਾਹਮਣੇ ਪੇਸ਼ ਕਰੂੰਗਾ। ਜ਼ਿਆਦਾ ਨਹੀਂ, ਜੇ ਮੰਨ ਲਓ ਵਿਆਕਰਨ ਦਾ ਟੌਪਿਕ ਹੈ ਤਾਂ ਉਹਦੇ ਵਿੱਚੋਂ 200, 300, 400, 500 ਮੈਕਸਿਮਮ ਬਣਾ ਦੇਣੇ ਆ, ਮਿਨੀਮਮ ਮੰਨ ਕੇ ਚੱਲੋ ਜਾਂ ਮੈਕਸਿਮਮ। ਥਰਡ ਕਿ ਸਫੀਸ਼ੀਐਂਟ ਹੈ, ਤਾਂ ਇਹਦਾ ਜਵਾਬ ਤੁਹਾਨੂੰ ਮਿਲ ਹੀ ਚੁੱਕਿਆ ਹੋਊਗਾ ਕਿ ਇੰਨਾ ਸਫੀਸ਼ੀਐਂਟ ਹੈ। ਠੀਕ ਹੈ, ਤਾਂ ਹੁਣ ਇੱਕ ਹੋਰ ਗੱਲ ਤੁਹਾਡੇ ਦਿਮਾਗ 'ਚ ਚੱਲੀ ਜਾਂਦੀ ਹੋਣੀ ਹੈ ਕਿ ਐਗਜ਼ਾਮ ਸਰ ਕਦੋਂ ਹੋਊਗਾ। ਐਗਜ਼ਾਮ ਜਦੋਂ ਮਰਜ਼ੀ ਹੋਵੇ, ਮਹੀਨਾ, 2 ਮਹੀਨੇ, 5 ਮਹੀਨੇ, 10 ਮਹੀਨੇ, ਸਾਲ। ਠੀਕ ਹੈ, ਇੱਕ ਚੀਜ਼ ਦਿਮਾਗ 'ਚ ਬਿਠਾ ਲਓ, ਜੇ ਹੁਣ ਤੋਂ ਤੁਸੀਂ ਬੇਸਿਕ ਆਪਣੇ ਕਲੀਅਰ ਕਰ ਲਓਗੇ ਤਾਂ ਬਹੁਤ ਵਧੀਆ ਰਹੋਗੇ। ਐਗਜ਼ਾਮ ਦੇ ਨੇੜੇ ਸਿਰਫ ਤੁਸੀਂ ਕੀ ਕਰਨਾ, ਨੋਟਸ ਖੋਲ੍ਹਣੇ ਆ, ਵੀਡੀਓ ਦੇਖਣੀ ਹੈ, ਤਾਂ ਤੁਹਾਨੂੰ ਸਾਰਾ ਕੁਝ ਮਿਲ ਜਾਣਾ ਪ੍ਰੋਪਰ ਪਿਆ ਆ। ਕਲੀਅਰ ਹੈ ਸਾਰਾ। ਤਾਂ ਹੁਣ ਆਪਾਂ ਸ਼ੁਰੂ ਕਰਦੇ ਹਾਂ ਆਪਣਾ ਬੇਸਿਕ ਕਨਸੈਪਟ, ਜਿਹੜਾ ਆਪਾਂ ਅੱਜ ਸ਼ੁਰੂ ਕਰਨਾ। ਬੜੇ ਆਰਾਮ ਨਾਲ ਤੇ ਬੜੇ ਵਧੀਆ ਤਰੀਕੇ ਨਾਲ ਕਰਾਊਂਗਾ। ਤਾਂ ਜੇ ਫਿਰ ਵੀ ਕੋਈ ਡਾਊਟ ਰਹਿ ਜੇ ਤਾਂ ਜ਼ਰੂਰ ਤੁਸੀਂ ਜਦੋਂ ਮਰਜ਼ੀ ਪੁੱਛ ਸਕਦੇ ਆ, ਪਰ ਮੇਰੇ ਵੱਲੋਂ ਕੋਈ ਵੀ ਡਾਊਟ ਨਹੀਂ ਰਹਿਣ ਦਊਂਗਾ ਮੈਂ। ਤਾਂ ਸ਼ੁਰੂ ਕਰਦੇ ਹਾਂ ਆਪਾਂ। ਕਿਹੜਾ ਆਪਣਾ ਪਹਿਲਾ ਟੌਪਿਕ ਸ਼ੁਰੂ ਕਰਾਂਗੇ ਆਪਾਂ, ਵਿਆਕਰਨ। ਠੀਕ ਹੈ, ਵਿਆਕਰਨ ਕੀ ਹੈ ਪਹਿਲਾਂ ਬੇਸਿਕ ਸਮਝ ਚੱਲਿਓ ਸਾਰੇ, ਜਿਹੜੇ ਬੱਚੇ ਲਿਖਦੇ ਆ ਲਿਖੀ ਵੀ ਚੱਲਿਓ। ਠੀਕ ਹੈ, ਧਿਆਨ ਨਾਲ ਸਮਝ ਲਿਓ। ਤਾਂ ਐਂਡ ਤੇ ਕੋਈ ਸੁਜੈਸ਼ਨ ਲਊਂਗਾ ਮੈਂ ਤੁਹਾਡੇ ਤੋਂ, ਵੀਡੀਓ ਨਾਲ ਬਣੇ ਰਹੋ, ਭਲਾਂ ਦੀ ਬਾਅਦ ਚੋਂ ਦੇਖ ਰਹੇ ਹੋ। ਹੁਣ ਦੇਖੋ ਵਿਆਕਰਨ ਕੀ ਹੈ ਆਪਣੇ ਕੋਲੇ। ਠੀਕ ਹੈ, ਵਿਆਕਰਨ ਹੁੰਦੀ ਕੀ ਹੈ, ਵਿਆਕਰਨ ਬੇਸਿਕ ਕਨਸੈਪਟ ਦੱਸੂਗਾ, ਬਿਲਕੁਲ ਕੋਈ ਕਿਤਾਬੀ ਗਿਆਨ ਨਹੀਂ, ਕੋਈ ਕੁਛ ਨਹੀਂ। ਵਿਆਕਰਨ ਇੱਕ ਉਹ ਚੀਜ਼ ਹੁੰਦੀ ਹੈ ਜਿੰਦੇ ਵਿੱਚ ਭਾਸ਼ਾ ਬਾਰੇ ਦੱਸਿਆ ਹੁੰਦਾ ਕਿ ਆਪਾਂ ਇਹਨੂੰ ਲਿਖਣਾ ਕਿਵੇਂ ਹੈ, ਇਹਦੇ ਨਿਯਮਾਂ ਨੂੰ ਕਿਵੇਂ ਵਰਤਣਾ, ਤੇ ਕਿਸੇ ਹੋਰ ਜੇ ਭਾਸ਼ਾ ਨੂੰ ਵੀ ਸਿੱਖਣਾ ਹੋਵੇ ਤਾਂ ਉਹਦੇ ਵਾਸਤੇ ਸਭ ਤੋਂ ਪਹਿਲਾਂ ਤੁਹਾਨੂੰ ਕੀ ਹੈ, ਵਿਆਕਰਨ ਦਾ ਪਤਾ ਹੋਣਾ ਚਾਹੀਦਾ। ਠੀਕ ਹੈ, ਜੇ ਮੰਨ ਲਓ ਇੰਗਲਿਸ਼ ਨੂੰ ਸਿੱਖਣਾ ਤਾਂ ਉਹਦੇ ਵਾਸਤੇ ਪਹਿਲਾਂ ਤੁਹਾਨੂੰ ਗ੍ਰਾਮਰ ਆਉਣੀ ਹੋਣੀ ਚਾਹੀਦੀ ਹੈ।
ਜੇ ਗ੍ਰਾਮਰ ਨਹੀਂ ਆਉਂਦੀ ਫਿਰ ABC ਤੁਸੀਂ ਇਕੱਲੀ ਕਰਨ ਦੇ ਕੁਛ ਵੀ ਨਹੀਂ ਪੱਲੇ ਪੈਣਾ। ਠੀਕ ਹੈ, ਉਵੇਂ ਜੇ ਪੰਜਾਬੀ ਦੀ ਵਿਆਕਰਨ ਵੱਲ ਜਾਓਗੇ ਤਾਂ ਤੁਹਾਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਕਿ ਲਿੰਗ ਕੀ ਹੈ, ਵਚਨ ਕੀ ਹੈ, ਠੀਕ ਹੈ, 35 ਅੱਖਰੀ ਕੀ ਹੈ, ਤੇ ਆਪਣੇ ਕੋਲੇ ਵਾਕ ਕੀ ਹੈ, ਸਾਰੀਆਂ ਚੀਜ਼ਾਂ ਪਤੀਆਂ ਹੋਣੀਆਂ ਚਾਹੀਦੀਆਂ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਕਿਵੇਂ ਉਹਦੇ ਵਿੱਚ ਸਟੇਬਲ ਰਹਿੰਦੀਆਂ। ਠੀਕ ਹੈ, ਤਾਂ ਸ਼ੁਰੂ ਕਰਦੇ ਹਾਂ ਆਪਾਂ ਵਿਆਕਰਨ ਤੋਂ। ਵਿਆਕਰਨ ਦੀ ਪਰਿਭਾਸ਼ਾ ਕਲੀਅਰ ਹੋ ਗਈ। ਤਾਂ ਹੁਣ ਇੱਕ ਕੁਐਸਚਨ ਇਹਦੇ ਵਿੱਚੋਂ ਇਹ ਬਣਦਾ ਹੈ ਕਿ ਮਾਤ ਭਾਸ਼ਾ ਲਈ ਵਿਆਕਰਨ ਜ਼ਰੂਰੀ ਹੈ ਕਿ ਨਹੀਂ। ਠੀਕ ਹੈ, ਦੇਖੋ ਕਿੱਡਾ ਵਧੀਆ ਕੁਐਸਚਨ ਹੈ, ਸੁਣਨ 'ਚ ਬੇਸਿਕ ਲੱਗਦਾ ਪਰ ਬਹੁਤ ਵਧੀਆ ਤੇ ਇੰਪੋਰਟੈਂਟ ਕੁਐਸਚਨ ਹੈ, ਇਹਨੂੰ ਮੋਲਡ ਕਰਕੇ ਪਾ ਸਕਦੇ ਆ। ਹੁਣ ਮਾਤ ਭਾਸ਼ਾ ਲਈ ਜਿਹੜੀ ਕੀ ਹੈ ਵਿਆਕਰਨ ਜ਼ਰੂਰੀ ਹੈਗੀ ਹੈ? ਨਹੀਂ। ਠੀਕ ਹੈ, ਉਹਦਾ ਰੀਜ਼ਨ ਸੁਣੋ। ਮਾਤ ਭਾਸ਼ਾ ਜਿਹੜੀ ਉਹਨੂੰ ਇੱਕ ਛੋਟਾ ਬੱਚਾ ਤੇ ਅਨਪੜ੍ਹ ਵਿਅਕਤੀ ਦੋਨੋਂ ਹੀ ਬੋਲ ਸਕਦੇ ਆ। ਕਿਉਂ? ਕਿਉਂਕਿ ਉਹਦੇ ਵਿੱਚ ਕੋਈ ਇਹ ਨਹੀਂ ਹੋ ਕਿ ਹੁਣ ਦੇਖੋ ਛੋਟੇ ਬੱਚੇ ਨੇ ਕੋਈ ਭਾਸ਼ਾ ਸਿੱਖਣੀ ਹੈ, ਜੇ ਮਾਤ ਭਾਸ਼ਾ ਉਹਦੀ ਭਲਾ ਇੰਗਲਿਸ਼ ਹੈ, ਪੰਜਾਬੀ ਹੈ, ਹਿੰਦੀ ਹੈ, ਤਾਂ ਉਹਦੇ ਵਿੱਚ ਕੀ ਹੈ, ਉਹਨੂੰ ਕੋਈ ਜ਼ਿਆਦਾ ਇਹ ਨਹੀਂ ਕਿ ਲਗਾ ਮਾਤਰਾ ਸਿੱਖਣੀਆਂ ਪੈਣੀਆਂ। ਸਿਰਫ ਉਹਨੇ ਜਿਹੜੇ ਓਬਜ਼ਰਵ ਕਰ ਰਿਹਾ, ਸੋਸ਼ਲ ਕਹਿ ਲਓ ਜਾਂ ਆਪਣੇ ਮਾਤਾ ਤੋਂ ਕਹਿ ਲਓ ਜਾਂ ਆਪਣੇ ਫੈਮਿਲੀ ਤੋਂ ਕਹਿ ਲਓ, ਉਹੀ ਚੀਜ਼ਾਂ ਨੇ ਬੋਲਣੀਆਂ। ਠੀਕ ਹੈ, ਕਲੀਅਰ ਹੈ ਹੁਣ ਇੰਨਾ। ਹੁਣ ਚੱਲਦੇ ਆਪਾਂ ਅੱਗੇ ਕਿ ਇਹਦੇ ਵਿੱਚ ਇੱਕ ਹੋਰ ਚੀਜ਼ ਪੁੱਛ ਸਕਦੇ ਆ ਕਿ ਵਿਆਕਰਨ ਦੀ ਪੜ੍ਹਾਈ ਕਿਉਂ ਜ਼ਰੂਰੀ ਹੈ, ਉਹ ਵੀ ਤੁਹਾਨੂੰ ਮੈਂ ਦੱਸਤਾ। ਠੀਕ ਹੈ, ਤਾਂ ਇਹਦੇ ਵਿੱਚ ਵਿਆਕਰਨ ਦਾ ਮੰਤਵ ਕੀ ਹੁੰਦਾ? ਵਿਆਕਰਨ ਦਾ ਮੰਤਵ ਇਹ ਹੁੰਦਾ ਕਿ ਜੇ ਮੰਨ ਲਓ ਆਪਾਂ ਕੋਈ ਭਾਸ਼ਾ, ਠੀਕ ਹੈ, ਕੋਈ ਵੀ ਭਾਸ਼ਾ ਚੱਲੂਗਾ, ਸਾਰੇ ਮੈਂ ਵਾਰ-ਵਾਰ ਕਹਿ ਰਿਹਾ ਜੋ ਵੀ ਤੁਹਾਡੇ ਦਿਮਾਗ 'ਚ ਚੱਲ ਰਿਹਾ ਉਦੋਂ ਜ਼ਿਆਦਾ 4 ਪੁਆਇੰਟ ਵੱਧ ਕਰਾਊਂਗਾ। ਇਹ ਨਹੀਂ ਕਿ ਇਕੱਲੇ ਬਸ ਦੱਸਦਾ ਕਿੰਨੇ ਪੇਜ ਹੈ ਤੇ ਉਦੋਂ ਅੱਗੇ ਦੱਸੂਗਾ ਨਾ, ਇੰਨਾ ਜ਼ਿਆਦਾ ਡਿਟੇਲ 'ਚ ਚੱਲਾਂਗੇ ਕਿ ਬਹੁਤ ਮਜ਼ਾ ਆਉਣ ਵਾਲਾ ਹੈ। ਬਸ ਪਹਿਲਾਂ ਬੇਸਿਕ ਸਮਝ ਲਓ ਸਾਰੇ ਜਣੇ। ਹੁਣ ਇਹਦੇ ਵਿੱਚ ਭਾਸ਼ਾ ਦਾ ਮੰਤਵ ਕੀ ਹੁੰਦਾ? ਭਾਸ਼ਾ ਦਾ ਵਿਆਕਰਨ ਦਾ ਮੰਤਵ ਕੀ ਹੁੰਦਾ ਕਿ ਭਾਸ਼ਾ ਨੂੰ ਹਰ ਇੱਕ ਪੱਖੋਂ ਕਿਵੇਂ ਤੁਹਾਨੂੰ ਜਾਣੂ ਕਰਾਉਣਾ ਭਾਸ਼ਾ ਨਾਲ। ਠੀਕ ਹੈ, ਮੈਂ ਬੇਸਿਕ ਦੱਸ ਰਿਹਾ ਬਿਲਕੁਲ। ਤਾਂ ਸ਼ੁਰੂ ਕਰਦੇ ਹਾਂ ਆਪਾਂ ਹੁਣ ਦੇਖੋ, ਸਭ ਤੋਂ ਪਹਿਲਾਂ ਇੱਕ ਚੀਜ਼ ਤੁਹਾਨੂੰ ਆਉਣੀ ਚਾਹੀਦੀ ਹੈ ਜੇ ਤੁਸੀਂ ਪੰਜਾਬੀ ਦਾ ਗ੍ਰਾਮਰ ਕਰਨੀ ਹੈ, ਵਿਆਕਰਨ ਕਰਨੀ ਹੈ, ਪੰਜਾਬੀ ਬਾਰੇ ਜਾਣਨਾ, ਇੱਕ ਚੀਜ਼ ਤੁਹਾਨੂੰ ਦਿਮਾਗ 'ਚ ਬੈਠੀ ਹੋਣੀ ਚਾਹੀਦੀ ਹੈ। ਤੇ ਮੈਂ ਗਰੰਟੀ ਕਰਦਾ ਹੁਣ ਤੋਂ ਜਿਹੜੇ ਬੱਚੇ ਮੇਰੇ ਨਾਲ ਜੁੜਨਗੇ ਪੰਜਾਬੀ ਵਿੱਚ, ਤਾਂ ਅੱਜ ਤੋਂ 1 ਵੀਕ ਦੇ ਵਿੱਚ ਜਿਹੜੀ ਚੀਜ਼ ਮੈਂ ਹੁਣ ਦੱਸਣ ਜਾ ਰਿਹਾ ਉਹ ਜੇ ਭੁੱਲ ਵੀ ਗਏ ਹੋਏ ਤਾਂ ਮੈਂ 101% ਗਰੰਟੀ ਕਰਦਾ ਜੋ ਲਗਾਤਾਰ ਵੀਡੀਓ ਦੇਖਣਗੇ ਉਹ ਯਾਦ ਹੋ ਜੂਗੀ ਉਹਨਾਂ ਨੂੰ। ਤਾਂ ਉਹ ਹੈਗੀ ਹੈ 35 ਅੱਖਰੀ। ਠੀਕ ਹੈ, ਹੁਣ ਦੇਖਣ 'ਚ ਲੱਗੀ ਜਾਂਦਾ ਹੋਊਗੀ ਸਰ ਬੱਚਿਆਂ ਵਾਲਾ ਕੰਮ ਕਰੀਏ ਨੇ, ਜੇ ਇਹ ਯਾਦ ਹੈ ਤਾਂ ਮੈਂ ਗਰੰਟੀ ਕਰਦਾ ਇਸ ਚੀਜ਼ ਦੀ ਵੀ ਕਿ ਤੁਹਾਨੂੰ ਜਿਹੜੇ ਵੀ ਮੈਂ ਕਨਸੈਪਟ ਦੱਸੀ ਜਾਊਂਗਾ ਨਾਲ ਦੀ ਨਾਲ ਦਿਮਾਗ 'ਚ ਬੈਠੀ ਜਾਣਗੇ। ਜੇ ਇਹੀ ਨਹੀਂ ਯਾਦ, ਜਿਵੇਂ ਮੈਂ ਲਾਸਟ 'ਚ ਹਿੰਦੀ 'ਚ ਕਰਾ ਰਿਹਾ ਕਿ ਤੁਹਾਨੂੰ ਜੇ ਉਚਾਰਨ ਸਥਾਨ ਹੀ ਨਹੀਂ ਯਾਦ, ਠੀਕ ਹੈ, ਫਿਰ ਤੁਸੀਂ ਹਿੰਦੀ ਦੀ ਵਿਆਕਰਨ ਨਹੀਂ ਕਰ ਸਕਦੇ। ਤੇ ਹੁਣ ਉਵੇਂ ਇਹਦੇ ਵਿੱਚ ਜੇ 35 ਅੱਖਰੀ ਨਹੀਂ ਯਾਦ, ਫਿਰ ਤੁਹਾਡੇ ਕੋਲ ਜਿਹੜਾ ਵਿਆਕਰਨ ਹੈ ਉਹ ਤੁਸੀਂ ਉਹਨੂੰ ਕੈਚ ਨਹੀਂ ਕਰ ਸਕਦੇ ਕਿਸੇ ਵੀ ਤਰ੍ਹਾਂ ਨਾਲ। ਠੀਕ ਹੈ, ਤਾਂ ਇਹਦੇ ਵਿੱਚ ਵੀ ਹਿੰਦੀ ਵਾਲੀਆਂ ਕਨਸੈਪਟ ਕਰਾਂਗੇ। ਜਿਹੜੇ ਬੱਚਿਆਂ ਨੇ ਹਿੰਦੀ ਦੀ ਕਲਾਸ ਲਾਈ ਹੈ ਉਹਨਾਂ ਨੂੰ ਬਹੁਤ ਸੌਖਾ ਹੋਣ ਵਾਲਾ ਹੈ। ਠੀਕ ਹੈ, ਚਲੋ ਆਪਾਂ ਸ਼ੁਰੂ ਕਰਦੇ ਹਾਂ। ਇਹਨੂੰ ਯਾਦ ਕਿਵੇਂ ਕਰਨਾ ਇਹ ਤਾਂ ਹੁਣ ਬੋਲ ਕੇ ਤਾਂ ਮੈਂ ਦੱਸਣ ਹੋ ਰਿਹਾ ਕਿਉਂਕਿ ਆਪਾਂ ਸਾਰਿਆਂ ਨੇ ਪੜ੍ਹਿਆ। ਹੁਣ ਦੇਖੋ ਇਹਨੂੰ ਦਿਮਾਗ 'ਚ ਕਿਵੇਂ ਬਿਠਾਉਣਾ। ਮੈਂ ਤੁਹਾਨੂੰ ਹਿੰਦੀ ਦੇ ਵਿੱਚ ਇੱਕ ਚੀਜ਼ ਦੱਸੀ ਸੀ, ਜੇ ਤੁਸੀਂ ਵਿਅੰਜਨ ਯਾਦ ਕਰਨੇ ਆ ਕ ਚ ਟ ਤਪ। ਠੀਕ ਹੈ, ਇੱਕ ਚੀਜ਼ ਦੱਸੀ ਸੀ ਆਈ ਥਿੰਕ ਜਿਹੜੇ ਬੱਚੇ ਮੇਰੇ ਨਾਲ ਜੁੜੇ ਹੋਏ ਆ ਸ਼ੁਰੂ ਤੋਂ ਕਲਾਸਾਂ ਲਾ ਰਹੇ ਆ ਹਿੰਦੀ ਦੀਆਂ 1 ਮੰਥ ਹੋ ਚੁੱਕਿਆ, ਤਾਂ ਉਹਨਾਂ ਨੂੰ ਇਹ ਚੀਜ਼ ਯਾਦ ਹੋਊਗੀ ਕ ਚ ਟ ਤਪ। ਉਹੀ ਇਹਨੂੰ ਇੰਪਲੀਮੈਂਟ ਕਰਨਾ ਪੰਜਾਬੀ ਦੇ ਵਿੱਚ ਵੀ, ਕ ਚ ਟ ਤਪ। ਠੀਕ ਹੈ, ਕੀ ਹੈ ਇਹ? ਕ ਚ ਟ ਤਪ। ਯਾਦ ਹੋਗੀ 35 ਅੱਖਰੀ? ਯਾਦ ਹੋਗੀ 35 ਅੱਖਰੀ। ਸਟਾਰਟਿੰਗ 'ਚ ਆਪਣੇ ਕੋਲ ਕੀ ਹੈ? ਊੜੇ ਤੋਂ। ਹੁਣ ਊੜਾ ਕਿਉਂ ਨਹੀਂ ਐਡ ਕੀਤਾ? ਕਿਉਂਕਿ ਇਹ ਆਪਣੇ ਕੀ ਹੈ? ਸਵਰ ਹੈ। ਠੀਕ ਹੈ, ਸਵਰ ਆਪਣੇ ਕਲੀਅਰ ਹੈ। ਇਹ ਕੀ ਹੈ ਆਪਣੇ ਕੋਲੇ? ਸਵਰ ਹੈ। ਸ ਹ ਅੱਗੇ ਡਿਟੇਲ 'ਚ ਜਾਊਂਗਾ, ਬਸ ਇੰਨਾ ਯਾਦ ਰੱਖ ਲਓ। ਊੜੇ ਵਾਲੀ ਲਾਈਨ ਤਾਂ ਨਹੀਂ ਯਾਦ ਕੀਤੀ। ਹੁਣ ਇਹ ਵਾਲੀ ਕਿਉਂ ਨਹੀਂ ਕੀਤੀ? ਇਹ ਵਾਲੀ ਵੀ ਦੱਸ ਦੇਣਾ ਅੱਗੇ। ਇੰਨਾ ਕਲੀਅਰ ਹੋ ਗਿਆ ਕਿ ਇਹਨੂੰ ਯਾਦ ਕਿਵੇਂ ਕਰਨਾ। ਸਾਰੇ ਬੱਚਿਆਂ ਨੂੰ ਕਲੀਅਰ ਹੈ ਕਿ ਇਹਨੂੰ ਤੁਸੀਂ ਦਿਮਾਗ ਦੇ ਵਿੱਚ ਕਿਵੇਂ ਬਿਠਾਉਣਾ। ਕ ਚ ਟ ਤਪ ਅੱਗੋਂ ਕ ਖ ਗ। ਇੱਕ ਵਾਰੀ ਇੱਕ ਚੀਜ਼ ਹੋਰ ਦੱਸ ਦੇਣਾ, ਆਪਣੀ ਆਦਤ ਕੀ ਹੁੰਦੀ ਹੈ ਕਿ ਜੇ ਮੰਨ ਲਓ ਭੁੱਲ ਵੀ ਜਾਂਦੇ ਹੋ, ਤੁਹਾਨੂੰ ਪਹਿਲਾ ਵਰਡ ਵੀ ਯਾਦ ਆ ਜੇ, ਮਗਰਲੀ ਲਾਈਨ ਤੁਸੀਂ ਆਟੋਮੈਟਿਕ ਜਿਹੜਾ ਕੀ ਹੈ ਦਿਮਾਗ 'ਚ ਹਿੱਟ ਕਰ ਜਾਂਦੀ ਹੈ। ਚਲੋ ਹੁਣ ਆਪਾਂ ਚੱਲਦੇ ਹਾਂ ਇਹਦੇ ਅੱਗੇ ਕਨਸੈਪਟ ਵੱਲ। ਕਲੀਅਰ ਹੋ ਰਿਹਾ? ਮੈਂ ਬਿਲਕੁਲ ਬੱਚਿਆਂ ਵਾਂਗੂ ਦੱਸੂਗਾ ਕਿ ਬਿਲਕੁਲ ਤੁਹਾਨੂੰ ਕਹਿ ਲਓ ਕਿ 0 ਤੋਂ ਸਿਖਾਊਂਗਾ। ਚਲੋ ਹੁਣ ਆਪਣੇ ਕੋਲ ਕੀ ਹੈ? ਆਪਾਂ ਜੇ ਵਰਗਾਂ ਦੀ ਗੱਲ ਕਰੀਏ, ਇਹਨੂੰ ਕੀ ਕਹਿ ਦਿੰਦੇ ਆਪਾਂ? ਮੁੱਖ ਵਰਗ। ਇਹ ਮੁੱਖ ਵਰਗ ਹੁੰਦਾ ਨਾ ਆਪਣਾ। ਇਹਦੇ ਵਿੱਚ ਕੀ ਕੀ ਆ ਜਾਂਦਾ ਆਪਣੇ ਕੋਲੇ? ਇਹਦੇ ਵਿੱਚ ਵਿਅੰਜਨ ਆ ਜਾਂਦੇ ਆ, ਜਿਹੜਾ ਸੁਰ ਸਵਰ ਉਹ ਅੱਗੇ ਦੱਸੂਗਾ ਬਹੁਤ ਚੀਜ਼ਾਂ ਮੈਂ, ਪਰ ਇੱਕ ਚੀਜ਼ ਯਾਦ ਰੱਖੋ ਕਿ ਇਹਨੂੰ ਆਪਾਂ ਕੀ ਕਹਿੰਦੇ ਆ? ਮੁੱਖ ਵਰਗ। ਤੇ ਉਦੋਂ ਬਾਅਦ ਆਪਣੇ ਕੋਲ ਕੀ ਆ ਗਿਆ? ਨੈਕਸਟ ਵਾਲਾ ਸੈਕਿੰਡ ਵਾਲਾ ਆਪਣੇ ਕੋਲ ਆ ਗਿਆ ਕ ਵਰਗ, ਜਿਹਨੂੰ ਕ ਵਰਗ ਕਹਿ ਦਿੰਦੇ ਹੋ ਤੁਸੀਂ। ਠੀਕ ਹੈ, ਕ ਵਰਗ। ਜਿਹੜੀ ਚੀਜ਼ਾਂ ਮੈਂ ਦੱਸੂਗਾ ਕਿਤਾਬ 'ਚ ਜਿੰਨੇ ਮਰਜ਼ੀ ਪੜ੍ਹੀ ਚੱਲਿਓ, ਤੁਹਾਡੇ ਪੱਲੇ ਨਹੀਂ ਪੈਣੀਆਂ। ਬਸ ਇੱਕ ਵਾਰੀ ਵੀਡੀਓ ਦੇਖ ਲਓ, ਤੁਹਾਡੇ ਦਿਮਾਗ 'ਚ ਮੇਰੀ ਬਿਠਾਉਣ ਦੀ ਗਰੰਟੀ ਹੈ। ਤਾਂ ਨੈਕਸਟ ਕੀ ਹੈ ਆਪਣੇ ਕੋਲੇ? ਚ ਵਰਗ। ਨੈਕਸਟ ਕੀ ਹੈ? ਟ ਵਰਗ।
त वर्ग ਤੇ ਪ ਵਰਗ। ਕਲੀਅਰ ਹੈ ਨਾ। ਤੇ ਹੁਣ ਇਹਨੂੰ ਲਾਸਟ ਵਾਲੇ ਨੂੰ ਕੀ ਕਹਿੰਦੇ ਆ, ਮੈਨੂੰ ਕਮੈਂਟ ਕਰਕੇ ਜਲਦੀ ਜਲਦੀ ਦੱਸ ਦਿਓ ਜੇ ਬੱਚਿਆਂ ਨੂੰ ਕਿਸੇ ਨੂੰ ਵੀ ਧਿਆਨ 'ਚ ਹੈਗਾ ਕਿ ਲਾਸਟ ਵਾਲੇ ਨੂੰ ਕੀ ਕਹਿੰਦੇ ਆ, ਤਾਂ ਨਹੀਂ ਤਾਂ ਮੈਂ 1 ਮਿੰਟ 'ਚ ਤੁਹਾਨੂੰ ਦੱਸ ਦਿੰਦਾ ਕਿ ਇਹਨੂੰ ਕਹਿੰਦੇ ਕੀ ਆ। ਤਾਂ ਰਾਈਟ ਆਨਸਰ ਇਹਦਾ ਕੀ ਆਊਗਾ, ਇਹਨੂੰ ਕਹਿੰਦੇ ਆ ਅੰਤਿਮ ਵਰਗ। ਠੀਕ ਹੈ, ਇਹਨੂੰ ਕੀ ਕਹਿੰਦੇ ਆ, ਅੰਤਿਮ ਵਰਗ। ਹੁਣ ਇਹਨਾਂ 'ਚ ਡਿਟੇਲ ਤੋਂ ਜਾਣ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਹੁਣ ਵਿਆਕਰਨ ਬਾਰੇ। ਠੀਕ ਹੈ, ਜਾਊਂਗਾ ਮੈਂ ਬਹੁਤ ਸਾਰੀਆਂ ਚੀਜ਼ਾਂ ਡਿਟੇਲ 'ਚ ਜਾਊਂਗਾ, ਤੁਹਾਨੂੰ ਬਸ ਵਾਰ-ਵਾਰ ਕਹਿ ਰਿਹਾ ਕਿ ਆ ਜਿਹੜਾ ਤੁਹਾਡੇ ਸਾਹਮਣੇ ਪੇਜ ਪਿਆ ਹੋਇਆ, ਇੱਕ ਸ਼ੀਟ ਪਈ ਹੈ, ਇਹਨੂੰ ਦਿਮਾਗ 'ਚ ਬਿਠਾ ਲਓ, ਜਿਵੇਂ ਮਰਜ਼ੀ ਬਿਠਾ ਲਓ, ਟ੍ਰਿਕ ਮੈਂ ਤੁਹਾਨੂੰ ਦੱਸਤੀ ਹੈ ਤੇ ਫਿਰ ਹੀ ਤੁਹਾਨੂੰ ਅੱਗੇ ਯਾਦ ਹੋਣ ਵਾਲਾ ਹੈ। ਠੀਕ ਹੈ, ਚਲੋ ਨੈਕਸਟ ਪੇਜ 'ਤੇ ਆਪਾਂ ਚੱਲਦੇ ਹਾਂ। ਨੈਕਸਟ ਪੇਜ 'ਤੇ ਇੱਕ ਕੁਐਸਚਨ ਬਣਦਾ ਆਪਣੇ ਕੋਲੇ ਸਟਾਰਟਿੰਗ 'ਚ, ਵਿਆਕਰਨ ਦੇ ਅੰਗ। ਵਿਆਕਰਨ ਦੇ ਅੰਗ, ਹਰ ਇੱਕ ਅੰਗ ਨੂੰ ਇੰਨੀ ਜ਼ਿਆਦਾ ਡਿਟੇਲ 'ਚ ਕਰਾਂਗੇ, ਕੋਈ ਬੁੱਕ 'ਚ ਨਹੀਂ ਮਿਲਣਾ ਤੁਹਾਨੂੰ, ਮੈਂ 101% ਗਰੰਟੀ ਕਰ ਸਕਦਾ। ਇੰਨਾ ਡਿਟੇਲ ਤੁਹਾਨੂੰ ਕਿਸੇ ਜਿਹੜੀ ਬੁੱਕ ਤੁਹਾਡਾ ਸਿਲੇਬਸ ਦਿੱਤਾ ਹੁੰਦਾ ਕਿ 10ਵੀਂ ਤੱਕ ਹੈ 12ਵੀਂ ਤੱਕ ਹੈ, ਮਿਲਣਾ ਹੀ ਨਹੀਂ, ਜਿੰਨਾ ਮਰਜ਼ੀ ਕੋਸ਼ਿਸ਼ ਕਰ ਲਿਓ। ਚਲੋ ਵਿਆਕਰਨ ਦੇ ਅੰਗਾਂ ਦੀ ਗੱਲ ਕਰਦੇ ਹਾਂ। ਪਹਿਲਾ ਅੰਗ ਕਿਹੜਾ ਆਪਣੇ ਕੋਲੇ, ਪਹਿਲਾ ਅੰਗ ਆਊਗਾ ਆਪਣੇ ਕੋਲੇ ਧੁਨੀ ਬੋਧ। ਠੀਕ ਹੈ, ਧੁਨੀ ਬੋਧ। ਸੈਕਿੰਡ ਕਿਹੜਾ ਆਊਗਾ, ਸੈਕਿੰਡ ਆਊਗਾ ਆਪਣੇ ਕੋਲੇ ਸ਼ਬਦ ਬੋਧ। ਨੈਕਸਟ ਕਿਹੜਾ ਆਊਗਾ, ਨੈਕਸਟ ਹੈਗਾ ਆਪਣੇ ਕੋਲੇ ਅਰਥ ਬੋਧ। ਉਦੋਂ ਬਾਅਦ ਕੀ ਹੈ ਆਪਣੇ ਕੋਲੇ 4th ਨੰਬਰ ਤੇ ਵਾਕ ਬੋਧ। ਕਲੀਅਰ ਹੈ ਨਾ। ਕਿਹੜੇ ਕਿਹੜੇ ਅੰਗ ਆ ਗਏ ਆਪਣੇ ਕੋਲੇ, 4 ਅੰਗ ਆ ਚੁੱਕੇ ਆ, ਧੁਨੀ ਬੋਧ, ਸ਼ਬਦ ਬੋਧ, ਅਰਥ ਬੋਧ ਤੇ ਵਾਕ ਬੋਧ। ਕਲੀਅਰ ਹੈ ਨਾ। ਹੁਣ ਆਪਾਂ ਕਰਦੇ ਹਾਂ ਇਹਨਾਂ ਦੀ ਜਿਹੜਾ ਕਹਿ ਲਓ ਪਰਿਭਾਸ਼ਾ ਦੀ ਗੱਲ। ਪਹਿਲਾਂ ਇੱਕ ਚੀਜ਼ ਨਾਲ ਲੱਗੀ ਹੋਈ ਹੈ ਹਰ ਇੱਕ ਦੇ, ਬੋਧ। ਲਓ ਤੁਹਾਨੂੰ ਮੈਂ ਕਲਰ ਚੇਂਜ ਕਰਕੇ ਦਿਖਾ ਦਿੰਦਾ। ਇੱਕ ਚੀਜ਼ ਨਾਲ ਲੱਗੀ ਹੋਈ ਹੈ ਇਹਨਾਂ ਦੇ, ਬੋਧ ਨਾਲ ਲੱਗਿਆ ਹੈ। ਠੀਕ ਹੈ, ਬੋਧ ਦਾ ਮਤਲਬ ਕੀ ਹੁੰਦਾ, ਬੋਧ ਦਾ ਜਿਹੜਾ ਆਪਣੇ ਕੋਲੇ ਮਤਲਬ ਕੀ ਹੁੰਦਾ, ਬੋਧ ਦਾ ਮਤਲਬ ਇਹ ਹੁੰਦਾ ਕਿਸੇ ਚੀਜ਼ ਦਾ ਅਧਿਐਨ ਕਰਨਾ, ਕਿਸੇ ਚੀਜ਼ ਦਾ ਅਧਿਐਨ ਕਰਨਾ ਡਿਟੇਲ ਦੇ ਵਿੱਚ, ਜਾਂ ਕਹਿ ਲਓ ਉਹਦੀ ਨੌਲੇਜ ਲੈਣੀ। ਠੀਕ ਹੈ, ਉਹਦੀ ਕੀ ਹੈ, ਨੌਲੇਜ ਗੇਨ ਕਰਨੀ, ਜਾਂ ਕਹਿ ਲਓ ਬੋਧ ਉਸ ਹਿਸਾਬ ਨਾਲ ਉਹਦਾ ਕਰਨਾ ਵਿਗਿਆਨਿਕ ਪੱਖੋਂ। ਬੋਧ ਦਾ ਮਤਲਬ ਇਹ ਹੁੰਦਾ। ਕਲੀਅਰ ਹੈ ਨਾ। ਹੁਣ ਆ ਗਏ ਆਪਣੇ ਅੱਗੇ ਵਰਡ ਜਿਹੜੇ ਇਹਨਾਂ ਦੇ ਨਾਲ ਜੁੜੇ ਹੋਏ ਆ। ਹੁਣ ਆਪਣੇ ਕੋਲ ਕੀ ਹੈ, ਪਹਿਲਾਂ ਧੁਨੀ। ਧੁਨੀ ਕੀ ਹੁੰਦੀ ਹੈ ਆਪਣੇ ਕੋਲੇ, ਜਿਹਨੂੰ ਤੁਸੀਂ ਸਾਊਂਡ ਵੀ ਕਹਿ ਦਿੰਦੇ ਆ। ਠੀਕ ਹੈ, ਇਹਨੂੰ ਸਾਊਂਡ ਵੀ ਕਹਿ ਦਿੰਦੇ ਆਪਾਂ, ਹਿੰਦੀ ਦੇ ਵਿੱਚ ਕੀ ਕਹਿ ਦਿੰਦੇ ਆ, ਧਵਨੀ ਵੀ ਕਹਿ ਦਿੰਦੇ ਆ, ਵਰਨ ਕਹਿ ਲਓ ਤੁਸੀਂ। ਠੀਕ ਹੈ, ਹੁਣ ਇਹਦੇ ਵਿੱਚ ਕੀ ਹੈ, ਸਾਊਂਡ, ਧੁਨੀ, ਸਿੰਪਲ। ਹੁਣ ਮੰਨ ਲਓ ਤੁਸੀਂ ਸਟਾਰਟਿੰਗ ਕਿੱਥੋਂ ਕਰਾਂਗੇ ਆਪਾਂ, ਤੁਹਾਡੇ ਮਨ ਦੇ ਵਿੱਚ ਕੀ ਹੈ, ਇੱਕ ਵਿਚਾਰ ਆਇਆ। ਠੀਕ ਹੈ, ਮਨ ਦੇ ਵਿੱਚ ਕੀ ਆਇਆ, ਇੱਕ ਵਿਚਾਰ ਆਇਆ, ਉਹਨੂੰ ਜਦੋਂ ਤੁਸੀਂ ਆਪਣੇ ਮੁਖ ਤੇ ਲੈ ਕੇ ਆਉਣਾ। ਠੀਕ ਹੈ, ਆਪਣੇ ਮੁਖ ਤੇ ਲੈ ਕੇ ਆਉਣਾ ਉਹਨੂੰ, ਤੁਸੀਂ ਕੀ ਕਰੋਗੇ, ਪਹਿਲਾਂ ਉਹ ਕਿੱਥੇ ਆਊਗਾ, ਫਸਟ ਸਭ ਤੋਂ ਪਹਿਲਾਂ ਬੇਸਿਕ ਦੱਸੂਗਾ, ਕੋਈ ਜ਼ਿਆਦਾ ਨਹੀਂ, ਕਿਉਂਕਿ ਮੈਨੂੰ ਪਤਾ ਕਿ ਜਿਹੜੇ ਮੁੱਖ ਵਾਲੇ ਤੁਹਾਡੇ ਅੰਗ ਹੈ, ਬੋਲਣ ਵਾਲੇ ਜਿਹੜੇ ਅੰਗ ਹੈ, ਜਿਹੜੇ ਮੂੰਹ ਦੇ ਅੰਗ ਹੈ, ਬਹੁਤ ਆ ਜਾਣਗੇ ਵਿੱਚ। ਠੀਕ ਹੈ, ਜਿਹੜਾ ਵੋਕਲ ਕੋਡਸ ਹੋ ਗਈਆਂ ਆਪਣੀਆਂ, ਜਾਂ ਕਿੰਨੀਆਂ ਵੀ ਚੀਜ਼ਾਂ ਇਹਨਾਂ ਨੂੰ ਡਿਟੇਲ 'ਚ ਵੰਡਿਆ ਜਾਊ, ਪਰ ਮੈਂ ਬਿਲਕੁਲ ਬੇਸਿਕ ਦੱਸੂ ਜਿਹੜਾ ਹਿੰਦੀ 'ਚ ਕਰਾਇਆ ਹੈ। ਹੁਣ ਦੇਖੋ, ਪਹਿਲਾਂ ਵਿਚਾਰ ਆਇਆ, ਫਿਰ ਉਸ ਤੋਂ ਬਾਅਦ ਕੀ ਆਇਆ ਤੁਹਾਡੇ ਕੋਲੇ, ਫਿਰ ਕੰਠ ਆਇਆ। ਠੀਕ ਹੈ, ਫਿਰ ਉਸ ਤੋਂ ਬਾਅਦ ਆਪਣੇ ਕੋਲ ਕੀ ਆਇਆ, ਫਿਰ ਤਾਲੂ ਆ ਗਿਆ, ਫਿਰ ਉਸ ਤੋਂ ਬਾਅਦ ਕੀ ਆ ਗਿਆ, ਮੁਰਦਰਾ ਆ ਗਈ ਤੁਹਾਡੀ। ਠੀਕ ਹੈ, ਪੰਜਾਬੀ 'ਚ ਵੀ ਦੱਸੂਗਾ, ਬੇਫਿਕਰ ਹੋ ਜਾਓ, ਬਸ ਇਹ ਦਿਮਾਗ 'ਚ ਹੋਣਾ ਚਾਹੀਦਾ ਜਿਹੜਾ ਮੈਂ ਰਿਵਾਈਜ਼ ਕਰਾ ਰਿਹਾ। ਫਿਰ ਆ ਗਏ ਦੰਤ ਆ ਗਏ ਆਪਣੇ ਕੋਲੇ, ਫਿਰ ਉਸ ਤੋਂ ਬਾਅਦ ਕੀ ਆ ਗਿਆ ਆਪਣੇ ਕੋਲੇ, ਹੋਂਠ ਆ ਗਏ। ਠੀਕ ਹੈ, ਇਹੀ ਚੀਜ਼ਾਂ ਨਾਲ ਜਦੋਂ ਇਹਨਾਂ ਸਾਰਿਆਂ 'ਚੋਂ ਗੁਜ਼ਰਦੀ ਹੋਈ ਹਵਾ, ਠੀਕ ਹੈ, ਇਹਨਾਂ ਸਾਰਿਆਂ 'ਚੋਂ ਗੁਜ਼ਰਦੀ ਹੋਈ ਹਵਾ ਜਦੋਂ ਤੁਹਾਡੇ ਮੂੰਹ 'ਤੇ ਆਉਂਦੀ ਹੈ ਤੇ ਇੱਕ ਧੁਨੀ ਪੈਦਾ ਕਰਦੀ ਹੈ। ਠੀਕ ਹੈ, ਉਹਨੂੰ ਆਪਾਂ ਕੀ ਕਹਿੰਦੇ ਹਾਂ, ਧੁਨੀ। ਠੀਕ ਹੈ, ਕੋਈ ਵੀ ਆਵਾਜ਼ ਪੈਦਾ ਕਰਦੀ ਹੈ ਉਹਨੂੰ ਆਪਾਂ ਕੀ ਕਹਿੰਦੇ ਹਾਂ, ਧੁਨੀ ਕਹਿੰਦੇ ਹਾਂ। ਕਲੀਅਰ ਹੈ। ਹੁਣ ਉਸ ਤੋਂ ਬਾਅਦ ਕੀ ਹੈ, ਹੁਣ ਜੇ ਆਪਾਂ ਇਹਨੂੰ ਕਿਤਾਬੀ ਤੌਰ 'ਤੇ ਵੇਖੀਏ ਕਿ ਕਿਤਾਬੀ ਤੌਰ 'ਤੇ ਤੁਹਾਡੇ ਕੋਲੇ ਕੀ ਇਹਦੀ ਪਰਿਭਾਸ਼ਾ ਬਣ ਸਕਦੀ ਹੈ, ਉਹ ਭਾਗ ਹੈ ਧੁਨੀ ਬੋਧ। ਧੁਨੀ ਬੋਧ ਦੀ ਗੱਲ ਕਰ ਰਿਹਾ ਮੈਂ। ਧੁਨੀ ਬੋਧ ਉਹ ਭਾਗ ਹੈ ਜੋ ਸਾਨੂੰ ਧੁਨੀ, ਲਗਾ, ਲਗਾ, ਅੱਖਰ, ਦੁੱਤ, ਅੱਖਰ, ਸਵਰ, ਵਿਅੰਜਨ, ਵਰਨਮਾਲਾ ਆਦਿ ਦਾ ਗਿਆਨ ਦਿੰਦਾ। ਠੀਕ ਹੈ, ਹੁਣ ਪਤਾ ਲੱਗ ਗਿਆ ਕਿ ਧੁਨੀ ਬੋਧ ਕੀ ਹੈ, ਕਿ ਉਹ ਅੰਗ ਹੈ ਜਿਹੜਾ ਕੀ ਹੈ ਸਾਰੀਆਂ ਚੀਜ਼ਾਂ ਦਾ ਆਪਾਂ ਨੂੰ ਗਿਆਨ ਦਿੰਦਾ, ਭਲਾਂ ਦੀਆਂ ਮਾਤਰਾਵਾਂ ਹੋਣ, ਲਗਾ ਜਿਹਨੂੰ ਕਹਿ ਦਿੰਦੇ ਪੰਜਾਬੀ ਦੇ ਵਿੱਚ, ਦੁੱਤ ਅੱਖਰ ਹੋਣ, ਸਵਰ ਹੋਣ, ਵਿਅੰਜਨ ਹੋਣ, ਇਹ ਸਾਰੀਆਂ ਚੀਜ਼ਾਂ ਤੁਹਾਨੂੰ ਕਿੱਥੋਂ ਪਤਾ ਲੱਗਦੀਆਂ, ਧੁਨੀ ਬੋਧ ਤੋਂ। ਅੱਜ ਆਪਾਂ ਡਿਟੇਲ ਦੇ ਵਿੱਚ ਕਰਾਂਗੇ, ਇਹਨੂੰ ਹਾਫ ਕਰ ਲਾਂਗੇ ਕੋਈ ਗੱਲ ਨਹੀਂ, ਪਰ ਬੜੇ ਵਧੀਆ ਢੰਗ ਨਾਲ ਸਮਝਾਊਂਗਾ। ਹੁਣ ਜਲਦੀ ਆਪਾਂ ਨੈਕਸਟ ਸ਼ਬਦ ਬੋਧ ਤੇ ਗੱਲ ਕਰ ਲਓ। ਚਲੋ ਸ਼ਬਦ ਬੋਧ ਕੀ ਹੈ ਆਪਣੇ ਕੋਲੇ, ਅਰਥ ਬੋਧ ਕੀ ਹੈ, ਸ਼ਬਦ ਬੋਧ ਵਿੱਚ ਸ਼ਬਦਾਂ ਦਾ ਗਿਆਨ ਸਾਰਾ, ਅਰਥ ਬੋਧ ਵਿੱਚ ਸ਼ਬਦਾਂ ਦੇ ਅਰਥਾਂ ਦਾ ਗਿਆਨ, ਫਿਰ ਵਾਕ ਬੋਧ ਦੇ ਵਿੱਚ ਪੂਰੇ ਇੱਕ ਵਾਕ ਦਾ ਗਿਆਨ। ਇਹਨਾਂ ਵਿੱਚ ਅੱਗੋਂ ਡਿਟੇਲ 'ਚ ਕਰਾਂਗੇ, ਪਹਿਲਾਂ ਆਪਾਂ ਧੁਨੀ ਬੋਧ ਦੀ ਗੱਲ ਕਰਦੇ ਹਾਂ। ਚਲੋ ਹੁਣ ਆਪਣੇ ਕੋਲ ਇੱਕ ਕੁਐਸਚਨ ਆਉਂਦਾ ਹੈ ਧੁਨੀ ਬੋਧ ਦੇ ਵਿੱਚ। ਧੁਨੀ ਬੋਧ ਹੈ ਕੀ, ਮੈਂ ਤੁਹਾਨੂੰ ਦੱਸਤਾ,
ठीक है, तुनी की भी दसता, बोध की भी दसता, तुनी बोध भी दसता। हुण अपने कोल एक कह लो क्वेश्चन दिमाग च आंदा है कि इहदे किन्ने प्रकार अगों, इहनूं किन्ने पार्ट्स दे विच वंडिया होया, इहदियां किन्नियां टाइप्स है, तो अपने कोल आऊगा आंसर 2। 2 क्यों आऊगा? हुण बहुत बच्चे दा जिहड़े कह लो बेसिक तो स्टार्ट कर रहे हैं तो उन्होंने दिमाग च एक ही चीज़ आऊगी कि सर स्वर व्यंजन आ जाऊगा तो जल्दी जल्दी अपना सही हो जाऊगा। गलत, उन्होंने बिल्कुल गलत है। ठीक है, अपने को आऊगा खंडी धुनियाँ, खंडी धुनियाँ या धुनी या धुनियाँ, तो नंबर 2 ते आऊगा अखंडी धुनियाँ, अखंडी धुनियाँ। क्लीयर है ना? धुनी बोध नूं अगों 2 पार्ट्स दे विच वंडिया होया, किहड़े-किहड़े है? खंडी धुनी ते अखंडी धुनी। खंडी धुनियाँ या अखंडी धुनियाँ, कुछ भी जो थोड़े दिमाग च आंदा है जिवें याद रख सकते हैं। हुण एक हुंदे की है, खंडी वो हुंदे है जिहड़े कह लो जिन्हां दा खंडन कर सकते हैं। ठीक है, जिन्हां नूं अलग अलग कर सकते हैं, या कह लो एक होर इहदी परिभाषा बनती है कि वह धुनियाँ जो सुतंत्र रूप विच विचरण की जिहड़ा कह लो अपनी कैपेबिलिटी रखदियां, समर्था रखदियां। ठीक है, उन्होंने कहते हैं खंडी धुनियाँ, अपने कह लो सुतंत्र तौर पर वह विचर सकदियां। क्लीयर है ना कि वह सुतंत्र तौर पर विचर सकदियां। तो हुण जदों लग जाता अगे, भला दी पंजाबी होवे, भला दी होवे हिंदी, तो उनका मतलब की हुंदा जिहड़ी चीज़ पहलां तुसीं हाँ च कीती वो काहदे च हो जूगी? ना दे विच। अखंडी धुनियाँ फिर की होईयां? ਉਹ ਧੁਨੀਆਂ जो खंडी धुनियाँ की मदद नाल, ये नहीं कि उन्होंने एक्सपैंड नहीं कर सकते, उन्होंने एक्सपैंड कर सकते पर उनके यूज़ काहदा होगा? खंडी धुनियाँ का। ठीक है, या ये भी भाषा कह लो कि खंडी धुनियाँ नूं कह लो इन्हां दा खंडन नहीं किया, सुतंत्र तौर पर समर्था नहीं रखदियां आपदी आप च सुतंत्र तौर पर इन्हां नूं कह लो एक्सपैंड करन दी। ठीक है, ये किंदी मदद नाल विचरदियां? ये विचरदियां खंडी धुनियाँ दियां। दोबारा फिर सुन लो, खंडी धुनियाँ जिहड़ियां अपने आप सुतंत्रता तौर पर विचर जांदियां, ते खंडियाँ जिहड़ियां सुतंत्रता तौर पर विचरदियां नहीं। हुण आपां करदे हां इन्हां दे भी पार्ट्स अगों, ये सी धुनी बोध दे पार्ट्स, ते अगों आपां गल करांगे हुण इन्हां दे भी किहड़े-किहड़े पार्ट है। हुण एक डाउट सब नूं रहिंदा, अज साडे टीम मैंबर ने एक ने पाया सी क्वेश्चन ग्रुप दे विच कि खंडी धुनियाँ जिहड़ियां पंजाबी विच है वो किन्ने भागां विच वंडियां होईयां? ते एक बच्चे ने कहा सीगा कि सर 3, ते उहदे विच आंसर सी 2। ठीक है, एक बच्चे ने कहा सी 3 ते उहदे विच आंसर सीगा 2। हुण दोवां ते क्लैरिफिकेशन दूंगा मैं, ध्यान नाल सुन लिओ, मैं बार बार कह रहा कोई फालतू विच गल नहीं कि सिर्फ टॉपिक बेस। चलो मैं इन्ना ज़्यादा तां दस रहा आराम नाल कि तुसीं समझ लो जिहड़े बच्चे बिल्कुल बेस तो शुरू कर रहे हैं। चलो हुण फस्ट दे विच की आऊगा अपने कोले? स्वर, ते सैकेंड दे विच आऊगा व्यंजन। क्लीयर है? इन्नियां खंडी धुनियां दी किन्नियां टाइप्स हो गई अपने कोले? 2 हो गई। ठीक है, खंडी दियां ते खंडी धुनियां दी किन्नियां टाइप्स हो गई अपने कोले? 2 हो गई। क्लीयर है? किन्ने प्रकार हो गए इहदे? 2 हो गए। हुण बच्चों दिमाग च होऊगा कि इहदे तां सिर्फ 3 हुंदे आ, तो तीसरा भी मैं दस देना किवें हुंदे आ। हुण देखो जे तुहानूं कोई पुछ ले स्वर किन्ने पंजाबी दे विच, तो तुसीं किन्ना आंसर दे दोगे? 3। ठीक है, किहड़े-किहड़े आंसर दस दोगे? ऊड़ा, आड़ा ते ईड़ी। हुण उस तो बाद की है अपने कोले? हुण जे कोई पुछ ले व्यंजन किन्ने हुंदे आ, तुसीं दस दोगे कि 32 हुंदे आ। ठीक है, कित्थों कित्थों लैके? ऊड़ा, आड़ा, ईड़ी तां अपने स्वर हो गए, सस्से तो लैके कित्थों तक? राड़े तक दस दोगे। क्लीयर हो गया ना? इन्ना कंसैप्ट क्लीयर हो गया, नाल एक दो क्वेश्चनों का होर तुहानूं जवाब मिल गया स्वर व्यंजनां दा। ठीक है, सस्से तो लैके राड़े तक हो गए तुहाडे जिहड़े अपनी लिपि दे विच शामिल है, जिहड़े प्रोपर पुरानी लिपि दे विच भी कह लो। तो हुण देखो जे तुसीं हुण बच्चे कह रहे होणगे कि सर इहदे विच तां अपने कोले अर्ध स्वर भी ऐड हुंदे आ। की ऐड हुंदे आ? अर्ध स्वर ਜਾਂ व्यंजन कह ਦਿੰਦੇ ਹੋ जिन्हां ਨੂੰ ਤੁਸੀਂ अर्ध व्यंजन भी। ठीक है, वो ऐड हुंदे आ। हुण मान लो चलो वो ऐड कर लैंदे आपां। किहड़े-किहड़े हुंदे आ अपने कोले? य ते य ते वावा अपने कोले। ठीक है, यही हुंदे आ ना? तो मान लो इन्हां नूं ऐड कर लिया तुसीं, इन्हां नूं ऐड कर लिया तो फिर अपने कोल की हो जू? 32 दे विच तां आपां इन्हां नूं काउंट करी बैठे आ, 32 दे विच आपां इन्हां नूं पहिलां ही काउंट करी बैठे आ। क्लीयर है? यही वावा तो 32 ਦੇ ਵਿੱਚ ਹੀ ਆਉਂਦੇ ਆ ਨਾ। ਜੇ ਇਹਨਾਂ ਨੂੰ ਵਿੱਚ ਪਹਿਲਾਂ ਹੀ ਕਾਊਂਟ ਕਰੀ ਬੈਠੇ ਆ ਤਾਂ ਫਿਰ ਤੀਸਰੇ ਪਾਰਟ ਦੀ ਤਾਂ ਕੋਈ ਵੈਲਿਊ ਹੀ ਨਹੀਂ ਰਹਿ ਜਾਣੀ, ਤੀਸਰੇ ਟਾਈਪ ਦੀ ਕੋਈ ਵੈਲਿਊ ਨਹੀਂ ਰਹਿ ਜਾਣੀ। ਜੇਕਰ ਬਿਨਾਂ ਵਿਅੰਜਨਾਂ ਦੇ ਵਿੱਚ ਅਰਧ ਸਵਰ ਨਹੀਂ ਦਿੱਤੇ ਫਿਰ ਇਹਨਾਂ ਦੀਆਂ 3 ਟਾਈਪਸ ਹੈਗੀਆਂ ਆਪਣੇ ਕੋਲੇ। ਠੀਕ ਹੈ, ਆਈ ਨੋ ਹੁਣ ਬਹੁਤ ਬੱਚੇ ਕੰਟਰੋਵਰਸੀ ਕ੍ਰੀਏਟ ਕਰ ਲੈਂਦੇ ਆ ਕਿ ਸਰ ਇਹਨੇ ਤਾਂ ਕਿ ਇਹਨੂੰ ਤਾਂ ਸਵਰ ਤੋਂ ਬਾਅਦ ਤੇ ਵਿਅੰਜਨ ਤੋਂ ਪਹਿਲਾਂ ਗਿਣਿਆ ਜਾਂਦਾ, ਵਿਚਾਲੇ ਆਉਂਦੇ ਆ। ਇਹ ਕਦੇ ਕਦੇ ਸਵਰਾਂ ਦੇ ਵਿੱਚ ਵੀ ਐਡ ਹੋ ਜਾਂਦੇ ਆ, ਕਦੇ ਕਦੇ ਵਿਅੰਜਨਾਂ ਦੇ ਵਿੱਚ ਵੀ ਐਡ ਹੋ ਜਾਂਦੇ ਆ। ਇਹ ਸਾਰੀਆਂ ਗੱਲਾਂ ਅੱਗੇ ਕਰਾਂਗੇ, ਪਹਿਲਾਂ ਤੁਸੀਂ ਬੇਸਿਕ ਸਮਝ ਲਓ
3 ਲਾ ਲਓ, ਕੋਈ ਗੱਲ ਨਹੀਂ, 3 ਵੀ ਲਾ ਲਓ, 3 ਲਾ ਕੇ ਚੱਲੋ। ਕਈ ਬੁੱਕਸ ਦੇ ਵਿੱਚ ਤੁਹਾਨੂੰ 3 ਆਨਸਰ ਮਿਲੂਗਾ, ਕਈਆਂ ਦੇ ਵਿੱਚ 2 ਮਿਲੂਗਾ, ਜਿਵੇਂ ਤੁਹਾਨੂੰ ਠੀਕ ਲੱਗਦਾ। ਠੀਕ ਹੈ, ਜਿਵੇਂ ਤੁਹਾਨੂੰ ਠੀਕ ਲੱਗਦਾ 3 ਲਾ ਲਓ ਤੁਸੀਂ। ਪਰ ਜਿਹੜੇ ਮੈਂ ਤੁਹਾਨੂੰ ਪੂਰੀ ਡਿਟੇਲ ਬੰਦੀ ਸੀਗੀ ਉਹ ਤੁਹਾਨੂੰ ਮੈਂ ਦੱਸ ਚੁੱਕਿਆ ਕਿ ਸਵਰ ਤੇ ਵਿਅੰਜਨ ਆਪਣੇ ਕੋਲ 3 ਤੇ 32, ਉਹਨੂੰ ਆਪਾਂ ਕੀ ਕਹਿੰਦੇ ਆ 35 ਅੱਖਰੀ। ਕਲੀਅਰ ਹੋ ਗਿਆ ਹੁਣ ਖੰਡੀ ਧੁਨੀਆਂ ਦਾ ਕਨਸੈਪਟ, ਖੰਡੀ ਧੁਨੀਆਂ ਵਾਲਾ ਕਲੀਅਰ ਹੋ ਗਿਆ ਸਾਰੇ ਬੱਚਿਆਂ ਨੂੰ। ਤਾਂ ਹੁਣ ਆਪਾਂ ਚੱਲਦੇ ਹਾਂ ਅੱਗੇ। ਖੰਡੀ ਧੁਨੀਆਂ ਵੀ ਦੱਸਦੀਆਂ ਕਿਹੜੀਆਂ ਕਿਹੜੀਆਂ ਹੁੰਦੀਆਂ, ਜਿਹੜੀਆਂ ਤਾਂ ਸੁਤੰਤਰ ਤੌਰ ਤੇ ਜਿਹੜਾ ਕਹਿ ਲਓ ਕਿ ਵਿਚਰਨ ਦੀ ਸਮਰੱਥਾ ਰੱਖਦੀਆਂ, ਤੇ ਦੂਜੀਆਂ ਕਿਹੜੀਆਂ ਜਿਹੜੀਆਂ ਸੁਤੰਤਰ ਤੌਰ ਤੇ ਵਿਚਰਨ ਦੀ ਸਮਰੱਥਾ ਨਹੀਂ ਰੱਖਦੀਆਂ। ਹੁਣ ਸਰ ਤੁਸੀਂ ਖੰਡੀ ਧੁਨੀਆਂ ਦਾ ਦੱਸਤਾ, ਮੈਂ ਵਾਰ-ਵਾਰ ਕਹਿ ਰਿਹਾ, ਇੱਕ ਇਸ ਕਨਸੈਪਟ ਤੇ ਡਾਊਟ ਨਹੀਂ ਰੱਖਣਾਗਾ। 3 ਪ੍ਰਕਾਰ ਹੈ ਕਿ 2 ਹੈ, 3 ਲਾ ਲਓ, 2 ਲਾ ਲਓ, ਤੁਹਾਨੂੰ ਮੈਂ ਜਿਹੜਾ ਤੁਹਾਡਾ ਕਲੈਰੀਫਿਕੇਸ਼ਨ ਦੇ ਚੁੱਕਿਆ ਕਿ ਕਿਉਂ 3 2 ਹੈ। ਕਲੀਅਰ ਹੈ ਨਾ। ਹੁਣ ਆਪਾਂ ਚੱਲਦੇ ਹਾਂ ਅੱਗੇ। ਅੱਗੇ ਆਪਣੇ ਕੋਲੇ ਹੁਣ ਸਵਰ ਤੇ ਵਿਅੰਜਨ ਤੋਂ ਬਾਅਦ ਕੀ ਆਊਗਾ, ਸਵਰ ਤੇ ਵਿਅੰਜਨ ਤੋਂ ਬਾਅਦ ਕੀ ਆਊਗਾ। ਪਹਿਲਾਂ ਟਾਈਪਸ ਦੇਖ ਲਓ, ਫਿਰ ਉਸ ਤੋਂ ਬਾਅਦ ਇਹਨਾਂ ਦੀ ਐਕਸਪਲੇਨੇਸ਼ਨ ਕਰਾਂਗੇ ਚੰਗੀ ਤਰ੍ਹਾਂ। ਠੀਕ ਹੈ, ਧੁਨੀ ਬੋਧ ਦੀਆਂ ਪਹਿਲਾਂ ਚੰਗੀ ਤਰ੍ਹਾਂ ਟਾਈਪਸ ਦੇਖ ਲਓ, ਜਿਹੜੀ ਵੀ ਕੋਈ ਰਹਿੰਦੀ ਹੋਈ ਤਾਂ ਮੈਂ ਦੱਸ ਦੂੰਗਾ ਤੁਹਾਨੂੰ। ਹੁਣ ਆ ਗਿਆ ਆਪਣੇ ਕੋਲ ਅੱਗੇ ਆਪਣੇ ਕੋਲੇ ਖੰਡੀ ਧੁਨੀਆਂ। ਖੰਡੀ ਧੁਨੀਆਂ 'ਚ ਵੀ ਬਹੁਤ 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 ਡਾਊਟ ਰਹਿੰਦਾ ਬੱਚਿਆਂ ਨੂੰ, ਤਾਂ ਪਰ ਮੈਂ ਅੱਜ ਡਾਊਟ ਕਲੀਅਰ ਕਰ ਦਿੰਦਾ ਚੰਗੀ ਤਰ੍ਹਾਂ। ਮੈਂ ਵਾਰ-ਵਾਰ ਕਹਿ ਰਿਹਾ, ਜੇ ਕਲਾਸ ਸ਼ੁਰੂ ਕੀਤੀ ਹੈ ਤਾਂ ਇੱਕ ਇੱਕ ਡਾਊਟ ਤੁਹਾਡਾ ਕਲੀਅਰ ਕਰਾਂਗੇ, ਇਹ ਨਹੀਂ ਕਿ ਕੁਝ ਰਹਿ ਜਾਊਗਾ ਵਿੱਚ। ਹੁਣ ਪਹਿਲਾ ਕੀ ਹੈ ਸੁਰ, ਦੂਸਰਾ ਕੀ ਹੈ ਆਪਣੇ ਕੋਲੇ ਸੁਰ ਲਹਿਰ। ਇਹਨਾਂ ਦੀ ਮੈਂ ਹੁਣੇ ਐਕਸਪਲੇਨੇਸ਼ਨ ਦੇ ਦੂੰਗਾ। ਠੀਕ ਹੈ, ਜੇ ਡਿਟੇਲ ਹੋਈ ਤਾਂ ਆਪਾਂ ਕੱਲ੍ਹ ਵਾਲੀ ਵੀਡੀਓ 'ਚ ਕਰ ਲਾਂਗੇ, ਪਰ ਇੱਕ ਵਾਰੀ ਐਕਸਪਲੇਨੇਸ਼ਨ ਸੁਣ ਲਓ ਸਾਰੇ ਬੱਚੇ। ਤਾਨ, ਜਿਹਨੂੰ ਪਿੱਚ ਵੀ ਕਹਿ ਦਿੰਦੇ ਹੋ ਤੁਸੀਂ। ਠੀਕ ਹੈ, ਉਸ ਤੋਂ ਬਾਅਦ ਕੀ ਹੈ ਨਾਸਿਕਤਾ, ਤੇ ਲਾਸਟ ਤੇ ਆਪਣੇ ਕੋਲ ਕੀ ਆਊਗਾ, ਲਾਸਟ ਤੇ ਆ ਜਾਊਗਾ ਦਬਾਅ ਜਾਂ ਬਲ, ਜਿਹਨੂੰ ਕਹਿ ਦਿੰਦੇ ਹੋ ਤੁਸੀਂ। ਬਲ ਲਿਖ ਲਓ ਪਹਿਲਾਂ, ਦਬਾਅ ਲਿਖ ਲਓ। ਇਹ ਕਾਹਦੇ ਹੈ, ਇਹ ਅਖੰਡੀ ਧੁਨੀਆਂ ਦੇ ਹੈ। ਠੀਕ ਹੈ, ਇਹ ਕਾਹਦੇ ਹੈ, ਅਖੰਡੀ ਧੁਨੀਆਂ ਦੇ। ਅੱਗੋਂ ਟਾਈਪਸ ਹੈ ਜਾਂ ਪ੍ਰਕਾਰ ਕਹਿ ਲਓ ਜਿਨ੍ਹਾਂ ਨੂੰ ਤੁਸੀਂ। ਖੰਡੀ ਧੁਨੀਆਂ ਦੇ, ਅਖੰਡੀ ਧੁਨੀਆਂ ਦੇ। ਸੁਰ 'ਚ ਕੀ ਹੁੰਦਾ ਆਪਣੇ ਕੋਲੇ, ਕੋਈ ਇਹਦੇ ਵਿੱਚ ਰੱਖ ਮੰਨ ਕੇ ਚੱਲੋ, ਸੁਰ ਦੇ ਵਿੱਚ ਆਪਣੇ ਕੋਲ ਕੀ ਆਊਗਾ ਕਿ ਕਿਸੇ ਵੀ ਚੰਗੀ ਲੱਗਣ ਵਾਲੀ ਧੁਨੀ ਕਹਿ ਲਓ। ਠੀਕ ਹੈ, ਸੁਰ ਦਾ ਮਤਲਬ ਤਾਂ ਉਹੀ ਹੁੰਦਾ ਨਾ। ਸੁਰ ਆਪਣੇ ਕੋਲ ਕੀ ਹੋ ਗਿਆ ਕਿ ਕੋਈ ਚੀਜ਼ ਚੰਗੀ, ਜਿਹੜੀ ਸੁਰ ਕੋਈ ਸ਼ਬਦ ਹੈ ਜਿਹੜਾ, ਹੁਣ ਇੱਕ ਸੌਖੀ ਭਾਸ਼ਾ ਦੱਸ ਦਿੰਦਾ, ਸ਼ਬਦ ਹੈ ਜਿਹੜਾ ਉਹ ਸਾਰਥਿਕ ਤੌਰ ਤੇ, ਸਾਰਥਕ ਪਤਾ ਨਾ, ਸਾਰਥਕ ਕੀ ਹੁੰਦਾ ਆਪਣੇ ਕੋਲੇ, ਜਿੰਦਾ ਕੋਈ ਨਾ ਕੋਈ ਮੀਨਿੰਗ ਨਿਕਲੇ, ਸਾਰਥਕ ਤੌਰ ਤੇ ਖਤਮ ਹੋਵੇ, ਉਹ ਆਪਣੇ ਕੋਲ ਕੀ ਹੁੰਦਾ, ਸੁਰ ਹੁੰਦਾ। ਹੁਣ ਜੇ ਕੋਈ ਆਪਣੇ ਕੋਲ ਕਹਿ ਲਓ ਕਿ ਸ਼ਬਦ ਤੋਂ ਬਾਅਦ ਕੀ ਬਣਦੇ ਆਪਣੇ ਕੋਲੇ, ਵਾਕ ਬਣਦੇ ਆ। ਵਾਕ ਜਦੋਂ ਬਣਦੇ ਆ, ਦੇਖੋ ਵਾਕ ਜਦੋਂ ਬਣ ਗਏ, ਅੱਗੇ ਸਮਝਾ ਦੇਣਾ। ਸੁਰ ਦਾ ਮੈਂ ਤੁਹਾਨੂੰ ਦੱਸਤਾ ਕਿ ਕੋਈ ਸਾਰਥਕ ਸ਼ਬਦ ਹੈ ਜਿਹੜਾ ਉਹ ਇੱਕ ਜਗ੍ਹਾ ਤੇ ਆ ਕੇ ਖਤਮ ਹੋ ਜੇ ਵਧੀਆ ਢੰਗ ਨਾਲ। ਸੌਖਾ ਤਰੀਕਾ ਦੱਸ ਰਿਹਾ, ਕੋਈ ਕਿਤਾਬੀ ਨਹੀਂ ਹਜੇ। ਸੁਰ ਲਹਿਰ ਕੀ ਹੈ ਆਪਣੇ ਕੋਲੇ, ਸੁਰ ਲਹਿਰ ਉਹ ਹੈ ਕੋਈ ਵਾਕ ਹੈ ਜਿਹੜਾ, ਠੀਕ ਹੈ, ਉਹ ਪ੍ਰੋਪਰ ਵੇ ਨਾਲ ਚੱਲੀ ਜਾਂਦਾ। ਜਿਵੇਂ ਜੋ ਕੋਈ ਵਾਕ ਏ ਤੋਂ ਸ਼ੁਰੂ ਹੋਇਆ, ਸਿਕੁਐਂਸ ਵਾਈਜ਼ ਕਹਿ ਲਓ ਜਿਹਨੂੰ ਸੌਖੀ ਭਾਸ਼ਾ ਦੇ ਵਿੱਚ, ਜਾਂ ਕਹਿ ਲਓ ਐਂ ਕਰਕੇ ਸੌਖੀ, ਜਿਹੜਾ ਸੁਰਾਂ ਦੀ ਲਹਿਰ ਜਿਹਨੂੰ ਕਹਿ ਦਿੰਦੇ ਤੁਸੀਂ। ਠੀਕ ਹੈ, ਜਿਹੜਾ ਵਾਕ ਹੈ ਉਹ ਕਹਿ ਲਓ ਸਟਾਰਟ ਵੀ ਵਧੀਆ ਢੰਗ ਨਾਲ ਹੋਇਆ, ਤੇ ਚੱਲ ਵੀ ਵਧੀਆ ਢੰਗ ਨਾਲ ਰਿਹਾ, ਤੇ ਖਤਮ ਵੀ ਵਧੀਆ ਢੰਗ ਤੇ ਹੋਇਆ, ਉਹਨੂੰ ਕਵਾਂਗੇ ਸੁਰ ਲਹਿਰ। ਹੁਣ ਅੱਗੋਂ ਆ ਗਿਆ ਆਪਣੇ ਕੋਲ ਤਾਨ ਤੇ ਪਿੱਚ। ਹੁਣ ਬਹੁਤ ਬੱਚੇ ਇਹ ਨਾ ਕਹਿਣ ਲੱਗ ਜਾਓ ਕਿ ਸਰ ਤੁਸੀਂ ਤਾਂ ਜਿਹੜੇ ਕਿਤਾਬੀ ਵਾਲੇ ਨੂੰ ਦੱਸ ਰਹੇ, ਮੈਂ ਕਿਤਾਬਾਂ ਵਾਲਾ ਕੁਛ ਨਹੀਂ ਦੱਸਣਾ ਜਿੰਨਾ ਚਿਰ ਤੁਹਾਨੂੰ ਇਹ ਬੇਸਿਕ ਚੀਜ਼ਾਂ ਦਿਮਾਗ 'ਚ ਨਹੀਂ ਬੈਠਦੀਆਂ। ਮੈਂ ਪਹਿਲਾਂ ਤੁਹਾਨੂੰ ਹਿੰਦੀ ਵਾਂਗੂ ਕਰਾਉਣ ਲੱਗ ਜਾ, ਜਿਵੇਂ ਉਹਦੇ ਵੀ ਕਿਹਾ ਸੀ ਮੈਂ ਹਿੰਦੀ 'ਚ ਟਿਪੀਕਲ ਕਰਾਉਣ ਲੱਗ ਗਿਆ, ਫਿਰ ਤੁਸੀਂ ਸਾਰਾ ਕੁਝ ਭੁੱਲ ਜਾਣਾ। ਹੁਣ ਤਾਨ ਤੇ ਪਿੱਚ ਤੇ ਆ ਜਾਓ। ਤਾਨ ਤੇ ਪਿੱਚ ਦਾ ਮਤਲਬ ਕੀ ਹੁੰਦਾ, ਠੀਕ ਹੈ, ਤਾਨ ਤੇ ਪਿੱਚ ਦਾ ਮਤਲਬ ਕੀ ਹੁੰਦਾ। ਤਾਨ ਤੇ ਪਿੱਚ ਦਾ ਮਤਲਬ ਇਹ ਹੁੰਦਾ ਆਪਣੇ ਕੋਲੇ ਕਿ ਤੁਸੀਂ, ਤਾਨ ਦਾ ਮਤਲਬ ਤੁਹਾਨੂੰ ਮੈਂ ਇੰਗਲਿਸ਼ ਸੌਖਾ ਕਰਕੇ ਇੱਕ ਹੋਰ ਦੱਸ ਦਿੰਦਾ। ਤਾਨ ਦਾ ਮਤਲਬ ਆਪਣੇ ਕੋਲ ਹੁੰਦਾ ਲਹਿਜਾ। ਠੀਕ ਹੈ, ਲਹਿਜਾ ਜਿਹਨੂੰ ਕਹਿ ਦਿੰਦੇ ਤੁਸੀਂ, ਜਿਹਨੂੰ ਸਲੈਂਗ ਵੀ ਇੰਗਲਿਸ਼ 'ਚ ਆਈ ਥਿੰਕ ਬੋਲ ਦਿੰਦੇ ਆ। ਠੀਕ ਹੈ, ਹੁਣ ਇੱਥੋਂ ਦਾ ਬੇਸਿਕ ਹੀ ਕਲੀਅਰ ਹੋ ਗਿਆ ਤੁਹਾਡਾ ਸਾਰਾ ਕਿ ਤਾਨ ਦਾ ਮਤਲਬ ਫਿਰ ਕੀ ਹੋਇਆ, ਲਹਿਜਾ। ਕਿ ਕਿਸੇ ਵੀ ਭਾਸ਼ਾ ਨੂੰ, ਕਿਸੇ ਵੀ ਵਾਕ ਨੂੰ, ਵਾਕ ਲਾ ਲਓ ਚਲੋ, ਕਿਸੇ ਵੀ ਵਾਕ ਨੂੰ ਉਹਦੇ ਬੋਲਣ ਦਾ ਲਹਿਜਾ ਕਿਵੇਂ ਹੈ, ਕਿ ਉਹਨੂੰ ਬੋਲਣਾ ਕਿਵੇਂ ਹੈ, ਉਹਨੂੰ ਆਪਾਂ ਕੀ ਕਵਾਂਗੇ, ਤਾਨ ਜਾਂ ਪਿੱਚ ਜਾਂ ਲਹਿਜਾ। ਇਹਨਾਂ ਤਿੰਨਾਂ 'ਚੋਂ ਕੁਛ ਵੀ ਲਿਖਿਆ ਹੋ ਸਕਦਾ। ਠੀਕ ਹੈ, ਹੁਣ ਇਹਦੀ ਐਗਜ਼ਾਮਪਲ ਵੀ ਮੈਂ ਦੇ ਦੇਣਾ ਛੋਟੀ ਜਿਹੀ, ਇਹਨਾਂ ਦੋਵਾਂ ਦੀ ਐਗਜ਼ਾਮਪਲ ਮਿਲ ਗਈ ਤੁਹਾਨੂੰ। ਇਹ ਸ਼ਬਦ 'ਚ ਆ ਜਾਣਗੇ ਆਪਣੇ ਕੋਲ, ਸੁਰ ਲਹਿਰ 'ਚ ਆ ਜਾਊਗੀ। ਹੁਣ ਤਾਨ ਪਿੱਚ 'ਚ ਕੀ ਹੈ, ਮੰਨ ਲਓ ਆਪਣੇ ਕੋਲ ਕੀ ਹੈ, ਇਹਦੇ ਵਿੱਚ ਕੀ ਹੈ, ਆਹ ਵੇਖੋ, ਇਹ ਸਭ ਤੋਂ ਸੌਖੀ ਐਗਜ਼ਾਮਪਲ ਆਪਣੇ ਕੋਲੇ ਜੇ ਛੋਟੇ ਹੁੰਦੇ ਦੇ ਕਰ ਰਹੇ ਹਾਂ ਆਪਾਂ। ਇਹ ਕੀ ਹੈ ਆਪਣੇ ਕੋਲੇ, ਰੁਕੋ ਨਾ ਜਾਓ। ਇੱਕੋ ਦਮ ਕੋਈ ਆਪਣੇ ਕੋਲੇ ਇਹਦਾ ਕਰੋ, ਹੁਣ ਮੰਨ ਲਓ ਕੋਈ ਪੋਸਟਰ ਤੇ ਲਿਖਿਆ ਹੈ ਰੁਕੋ ਨਾ ਜਾਓ। ਠੀਕ ਹੈ, ਰੁਕੋ ਨਾ ਜਾਓ, ਕੁਛ ਮੀਨਿੰਗ ਬਣ ਰਿਹਾ ਇਹਦਾ, ਨਹੀਂ ਬਣ ਰਿਹਾ। ਇਹਦਾ ਨਾ ਤਾਂ ਇਹ ਪਤਾ ਲੱਗ ਰਿਹਾ ਸੁਣਨ ਵਾਲੇ ਨੂੰ ਕਿ ਕੀ ਕਹਿ ਰਿਹਾ, ਨਾ ਬੋਲਣ ਵਾਲੇ ਨੂੰ ਪਤਾ ਲੱਗ ਰਿਹਾ ਕਿ ਮੈਂ ਕੀ ਬੋਲ ਰਿਹਾ ਕੀ। ਠੀਕ ਹੈ, ਸਮਝ ਰਿਹਾ। ਹੁਣ ਦੇਖੋ ਇਹਦੇ ਵਿੱਚ ਲਹਿਜੇ 'ਚ ਕੀ ਆਉਂਦੇ ਆਪਣੇ ਕੋਲੇ, ਮੇਨ ਚੀਜ਼ ਆਉਂਦੀ ਹੈ ਆਪਣੇ ਕੋਲੇ ਵਿਸ਼ਰਾਮ ਚਿੰਨ੍ਹ। ਇਹ ਵੀ ਨੋਟ ਕਰ ਲਿਓ।
ਮੈਂ ਕਿ ਵਾਰ-ਵਾਰ ਕਹਿ ਰਿਹਾ ਬਹੁਤ ਘੱਟ ਜਗ੍ਹਾ ਤੇ ਮਿਲਣਗੀਆਂ ਚੀਜ਼ਾਂ। ਲਹਿਜੇ ਦੇ ਵਿੱਚ ਕੀ ਆਣਗੇ ਤੁਹਾਡੇ ਕੋਲੇ? ਵਿਸ਼ਰਾਮ ਚਿੰਨ੍ਹ। ਤਾਂ ਹੁਣ ਲਹਿਜਾ ਤਾਂ ਹੀ ਬਣੂਗਾ ਨਾ। ਹੁਣ ਛੋਟੀ ਜਿਹੀ ਐਗਜ਼ਾਮਪਲ ਆਪਣੇ ਕੋਲ ਇੱਥੇ ਹੁਣ ਹੀ ਲੈ ਲਓ ਕਿ ਜੇ ਤੁਸੀਂ ਗਏ ਹੋ ਮੰਨ ਕੇ ਚੱਲੋ ਇੰਟਰਵਿਊ ਤੇ, ਠੀਕ ਹੈ, ਇੰਟਰਵਿਊ ਤੇ ਇੰਟਰਵਿਊ ਵਾਲੀ ਡਰੈਸ ਪਾਓਗੇ, ਠੀਕ ਹੈ। ਜੇ ਗਰਲਸ ਹੈ ਤਾਂ ਉਹ ਆਪਣਾ ਸੂਟ ਵਗੈਰਾ ਜਾਂ ਜਿਹੜਾ ਉਹਨਾਂ ਦੀ ਕਹਿ ਲਓ ਪ੍ਰੋਪਰ ਡਰੈਸ ਹੁੰਦੀ ਹੈ, ਸ਼ਰਟ ਵਗੈਰਾ, ਸ਼ਰਟ ਪੈਂਟ, ਕਈ ਕੰਪਨੀਜ਼ ਦੇ ਵਿੱਚ ਡਰੈਸ ਹੁੰਦੀ ਹੈ, ਠੀਕ ਹੈ, ਇੰਟਰਵਿਊ 'ਚ ਉਹ ਪਾ ਕੇ ਜਾ ਵੜਨਗੇ। ਹੁਣ ਇਹ ਤਾਂ ਹੈ ਨਹੀਂ ਕਿ ਇੰਟਰਵਿਊ ਦੇ ਵਿੱਚ ਲਹਿੰਗਾ ਪਾ ਕੇ ਚਲੇ ਗਏ, ਠੀਕ ਹੈ ਨਾ। ਉਹ ਇੰਟਰਵਿਊ ਦਾ ਲਹਿਜਾ ਕਿ ਇੰਟਰਵਿਊ ਦੇ ਵਿੱਚ ਆਪਾਂ ਕਿਵੇਂ ਜਾਣਾ ਬਣ ਕੇ। ਉਵੇਂ ਇੱਕ ਵਾਕ ਦਾ ਵੀ ਲਹਿਜਾ ਹੁੰਦਾ ਜਿਹੜਾ ਉਹ ਲਿਖਿਆ ਹੁੰਦਾ। ਹੁਣ ਆ ਮੰਨ ਕੇ ਚੱਲੋ ਆ ਇੰਟਰਵਿਊ ਹੈ ਤੁਹਾਡੀ, ਠੀਕ ਹੈ। ਤਾਂ ਹੁਣ ਇਹ ਆਪਾਂ ਦੇਖਣਾ ਕਿ ਆਪਾਂ ਕਿਵੇਂ ਇਹਨੂੰ ਅੱਗੇ ਤੋਰਨਾ। ਹੁਣ ਇਹਦੇ ਵਿੱਚ ਕੀ ਹੈ ਆਪਣੇ ਕੋਲੇ? ਇਹਦੇ ਵਿੱਚ ਵਾਕ ਕੀ ਸੀ ਆਪਣੇ ਕੋਲੇ? ਰੁਕੋ ਨਾ ਜਾਓ। ਤਾਂ ਹੁਣ ਆਪਾਂ ਇਹਦੇ ਵਿੱਚ ਕੀ ਹੈ? ਇੱਕ ਲਹਿਜਾ ਲੈ ਕੇ ਆਉਣਾ। ਇੱਕ ਤਾਂ ਇਹਨੂੰ ਪਹਿਲਾਂ ਸਟਾਰਟ ਵਧੀਆ ਢੰਗ ਨਾਲ ਕਰਨਾ, ਹੁਣ ਇੱਥੇ ਕੋਮਾ ਲਾਦਾ, ਫਿਰ ਇਹਨੂੰ ਐਂਡ ਵੀ ਕਰਨਾ। ਹੁਣ ਇਹਦੇ ਵਿੱਚ ਕੀ ਆ ਗਿਆ? ਇੱਕ ਠਹਿਰਾਵ ਤੇ ਇੱਕ ਕਹਿ ਲਓ ਖਤਮ ਹੋਣ ਵਾਲਾ ਆਪਣੇ ਕੋਲੇ ਪੁਆਇੰਟ ਮਿਲ ਗਿਆ ਆਪਾਂ ਨੂੰ। ਰੁਕੋ ਨਾ ਜਾਓ। ਹੁਣ ਸੁਣਨ ਵਾਲੇ ਨੂੰ ਵੀ ਪਤਾ ਲੱਗ ਗਿਆ ਕਿ ਮੈਂ ਕੀ ਕਹਿ ਰਿਹਾ ਕਿ ਰੁਕੋ ਜਾਓ ਨਾ, ਠੀਕ ਹੈ। ਤਾਂ ਹੁਣ ਮੈਨੂੰ ਵੀ ਪਤਾ ਲੱਗ ਗਿਆ ਕਿ ਮੈਂ ਕੀ ਬੋਲ ਰਿਹਾ ਤੇ ਕਿਵੇਂ ਬੋਲ ਰਿਹਾ। ਕਲੀਅਰ ਹੋ ਗਿਆ ਹੁਣ ਤਾਨ ਤੇ ਖਿੱਚ ਵੀ। ਹੁਣ ਚੌਥਾ ਪੁਆਇੰਟ ਕੀ ਸੀ ਆਪਣੇ ਕੋਲੇ? ਚੌਥਾ ਪੁਆਇੰਟ ਆਪਣੇ ਕੋਲ ਹੈਗਾ ਸੀਗਾ ਨਾਸਿਕਤਾ। ਨਾਸਿਕਤਾ, ਨਾਸਿਕਤਾ ਵਿੱਚ ਤਾਂ ਆਪਣੇ ਉਹੀ ਆਹ ਵਾਲੇ ਇਹਨਾਂ ਸਾਰਿਆਂ ਨੂੰ ਨਾਸਕੀ ਕਹਿ ਦਿੰਦੇ ਆ, ਠੀਕ ਹੈ। ਐਂਡ ਵਾਲੇ ਜਿਹੜੇ 5 ਹੁੰਦੇ ਆ ਆਪਣੇ ਕੋਲੇ, ਕਲੀਅਰ ਹੈ ਇਹਨਾਂ ਸਾਰਿਆਂ ਨੂੰ। ਇਹ ਮੈਂ ਦੱਸੂਗਾ ਸਾਰੀਆਂ ਚੀਜ਼ਾਂ। ਅਨੁਨਾਸਿਕ ਕਹਿ ਲਓ, ਅਨੁਨਾਸਿਕ ਵੀ ਕਹਿ ਦਿੰਦੇ ਆ ਇਹਨਾਂ ਨੂੰ, ਠੀਕ ਹੈ। ਨਾਸਿਕ ਵੀ ਕਹਿ ਦਿੰਦੇ ਆ ਜਿਨ੍ਹਾਂ ਦੀ ਸਾਊਂਡ ਨੱਕ ਰਾਹੀਂ ਵੀ ਆਉਂਦੀ ਹੈ। ਕਲੀਅਰ ਹੋ ਗਿਆ ਇਹਨਾਂ ਪੰਜਾਂ ਨੂੰ। ਤੇ ਇਹਨਾਂ ਨੂੰ ਪੰਜਾਂ ਨੂੰ ਹੀ ਆਪਾਂ ਕਾਹਦੇ ਚ ਲਾਵਾਂਗੇ? ਅਨੁਨਾਸਿਕ ਵਿੱਚ, ਨਾਸਿਕਤਾ ਵਿੱਚ, ਠੀਕ ਹੈ। ਇਹ ਪੰਜੇ ਕਾਹਦੇ ਚ ਆ ਜਾਣਗੇ? ਨਾਸਿਕਤਾ ਵਿੱਚ ਆ ਜਾਣਗੇ। ਕਲੀਅਰ ਹੈ। ਨਾਸਿਕਤਾ ਵਿੱਚ ਹੋਰ ਆ ਜਾਂਦੇ ਆ ਉਹ ਜਿਹੜੇ ਬਿੰਦੀ ਵਾਲੇ ਹੁੰਦੇ ਆ। ਕਲੀਅਰ ਹੈ ਪੁਆਇੰਟ? ਇਹ ਸਾਰੀਆਂ ਚੀਜ਼ਾਂ ਦੱਸੂਗਾ ਅੱਗੇ ਮੈਂ। ਹੁਣ ਆ ਗਿਆ ਪੰਜਵਾਂ ਪੁਆਇੰਟ। 4 ਪਹਿਲੇ ਪੁਆਇੰਟ ਕਲੀਅਰ ਹੋ ਗਏ, ਹੁਣ ਆ ਗਿਆ ਪੰਜਵਾਂ ਪੁਆਇੰਟ ਤੇ। ਪੰਜਵਾਂ ਪੁਆਇੰਟ ਕੀ ਸੀ ਆਪਣੇ ਕੋਲੇ? ਦਬਾਅ ਜਾਂ ਬਲ। ਹੁਣ ਦਬਾਅ ਜਾਂ ਬਲ ਕੀ ਹੁੰਦਾ? ਦਬਾਅ ਸਾਇੰਸ ਦੀ ਲੈਂਗੁਏਜ ਦੇ ਵਿੱਚ ਆਪਾਂ ਲੈ ਲਾਂਗੇ, ਇੱਕ ਤਾਂ ਇਹਨੂੰ ਲੈ ਲਾਂਗੇ ਫੋਰਸ ਲੈ ਲਾਂਗੇ, ਠੀਕ ਹੈ। ਪਰ ਹੁਣ ਚਲੋ ਮੰਨ ਕੇ ਚੱਲੋ ਤੁਸੀਂ ਫੋਰਸ ਹੀ ਲੈ ਲਿਆ, ਤਾਂ ਇਹੀ ਫੋਰਸ ਆਪਾਂ ਹੁਣ ਕਾਹਦੇ ਤੇ ਯੂਜ਼ ਕਰਨਾ? ਭਾਸ਼ਾ ਤੇ, ਠੀਕ ਹੈ। ਇਹੀ ਫੋਰਸ ਕਾਹਦੇ ਤੇ ਯੂਜ਼ ਕਰਨਾ ਤੁਸੀਂ? ਭਾਸ਼ਾ ਤੇ, ਲੈਂਗੁਏਜ ਤੇ। ਕਿਵੇਂ ਕਰੋਗੇ? ਲੈਂਗੁਏਜ ਦੇ ਵਿੱਚ ਕੀ ਹੁੰਦੇ ਆਪਣੇ ਕੋਲ? ਵਾਕ। ਸਭ ਤੋਂ ਵੱਡੀ ਇਕਾਈ ਜੇ ਪੁੱਛਿਆ ਜਾਵੇ ਉਹ ਵੀ ਦੱਸੂਗਾ ਐਂਡ ਤੇ ਮੈਂ। ਹੁਣ ਵਾਕ ਆਪਣੇ ਕੋਲੇ ਹੈਗੇ ਆ। ਹੁਣ ਵਾਕ ਆਪਣੇ ਕੋਲ ਹੈਗਾ ਕਿ ਮੋਹਨ, ਹੁਣ ਮੰਨ ਲਓ ਇੱਕ ਬੱਚਾ ਜਿਹੜਾ, ਤੁਹਾਨੂੰ ਮੈਂ ਐਗਜ਼ਾਮਪਲ ਦਊਂਗਾ ਬਹੁਤ ਵਧੀਆ। ਇੱਕ ਬੱਚੇ ਨੇ ਕੀ ਕੀਤਾ ਕਿ ਗਲਾਸ ਤੋੜਤਾ। ਉਹਨੇ ਕੀ ਕੀਤਾ? ਗਲਾਸ ਤੋੜਤਾ। ਤੁਸੀਂ ਉਹਦੇ ਮਦਰੋਂ, ਫਾਦਰੋਂ, ਤੁਸੀਂ ਉਹਨੂੰ ਕੀ ਕਹੋਗੇ? ਮੰਨ ਲਓ ਉਹਦਾ ਨਾਮ ਹੈਗਾ ਰਮਨ, ਠੀਕ ਹੈ। ਉਹਦਾ ਨਾਂ ਕੀ ਹੈ? ਰਮਨ। ਹੁਣ ਦੇਖੋ ਰਮਨ, ਆਪਾਂ ਇੱਕ ਸੈਂਟੈਂਸ ਮੈਂ ਲਿਖਣ ਲੱਗਿਆ, ਰਮਨ ਤੂੰ ਇਹ ਕਿਉਂ ਕੀਤਾ? ਹੁਣ ਇਹਨੂੰ ਜਿਵੇਂ ਤੁਸੀਂ ਪੜ੍ਹ ਰਹੇ ਹੋ ਤੇ ਜਿਵੇਂ ਮੈਂ ਬੋਲ ਰਿਹਾ, ਰਮਨ ਤੂੰ ਇਹਨੂੰ ਕਿਉਂ, ਤੂੰ ਇਹ ਕਿਉਂ ਕੀਤਾ, ਠੀਕ ਹੈ। ਇਹਦੇ ਵਿੱਚ ਕੀ ਲੱਗ ਰਿਹਾ? ਬੱਚੇ ਨੂੰ ਇਹ ਲੱਗ ਰਿਹਾ ਕਿ ਮੇਰੇ ਪੇਰੈਂਟਸ ਹੈ ਜਿਹੜੇ ਮੇਰੇ ਤੋਂ ਕੀ ਹੈ ਇੱਕ ਸਵਾਲ ਪੁੱਛ ਰਹੇ ਹੈ ਤੇ ਮੈਂ ਉਹਦਾ ਸੋਚ ਕੇ ਹੁਣ ਜਵਾਬ ਦੇਣਾ। ਕਲੀਅਰ ਹੈ ਇੰਨਾ? ਜਾਂ ਉਹ ਇਹ ਕਹਿ ਦੂਗਾ ਕਿ ਮੰਮਾ ਜਾਂ ਪਾਪਾ ਮੇਰੇ ਤੋਂ ਜਾਣ ਕੇ ਨਹੀਂ ਕੀਤਾ, ਠੀਕ ਹੈ। ਇਹ ਚੀਜ਼ ਕਹਿ ਦੂਗਾ। ਹੁਣ ਜੇ ਇਹੀ ਸੈਂਟੈਂਸ ਦੇ ਵਿੱਚ ਬਿਨਾਂ ਬਦਲਾਵ ਕੀਤੇ ਸਿਰਫ ਇਹਦਾ ਦਬਾਅ ਜਾਂ ਬਲ ਇਹਦੇ ਤੇ ਵਧਾ ਦਈਏ ਤਾਂ ਉਹ ਕੀ ਹੋਊਗਾ? ਇੱਕ ਕਹਿ ਲਓ ਅਗਰੈਸ਼ਨ ਵਾਲਾ ਪੁਆਇੰਟ ਨਿਕਲੂਗਾ। ਰਮਨ ਤੂੰ ਇਹ ਕਿਉਂ ਕੀਤਾ? ਇੱਕ ਜ਼ੋਰ ਲਾ ਕੇ ਜਿਹਨੂੰ ਕਹਿ ਦਿੰਦੇ ਆਪਾਂ, ਤਾਂ ਉਹੀ ਜਿਹੜਾ ਬੱਚਾ ਹੈ ਉਹ ਸੋਚਣ ਦੀ ਬਜਾਏ ਕੀ ਹੈ? ਡਰ ਜਾਊਗਾ ਤੇ ਇਹ ਰੋਣ ਲੱਗ ਜਾਊਗਾ। ਉਹ ਸਿਰਫ ਕਾਹਦੇ ਕਰਕੇ ਹੋਇਆ? ਨਾ ਤਾਂ ਭਾਸ਼ਾ ਕਰਕੇ ਹੋਇਆ, ਨਾ ਹੀ ਸੈਂਟੈਂਸ ਕਰਕੇ ਹੋਇਆ। ਸੈਂਟੈਂਸ ਤਾਂ ਉਹੀ ਹੈ, ਸਿਰਫ ਕਾਹਦੇ ਕਰਕੇ ਹੋਇਆ? ਦਬਾਅ ਜਾਂ ਬਲ ਕਰਕੇ। ਕਲੀਅਰ ਹੋ ਰਿਹਾ ਕਨਸੈਪਟ? ਮੈਂ ਵਾਰ-ਵਾਰ ਕਹਿ ਰਿਹਾ ਸਕਿਪ ਕੋਈ ਇੱਕ ਸਕਿੰਟ ਨਹੀਂ ਕਰਨਾ। ਮੰਨ ਲਓ ਮੈਂ 5 ਮਿੰਟ ਵੱਧ ਵੀ ਲਾ ਦੂੰਗਾ ਐਕਸਪਲੇਨੇਸ਼ਨ ਦੇਣ ਤੇ, ਸਕਿਪ ਨਾ ਕਰਿਓ। ਪਰ ਮੈਂ ਗੱਲ ਕੋਈ ਨਹੀਂ ਕਰੂੰਗਾ ਵਿੱਚ ਕਿ ਫਾਲਤੂ ਤੁਹਾਡੇ ਨਾਲ ਕੋਈ ਗੱਲਾਂ ਕਰੀ ਜਾਂਦਾ ਜਾਂ ਕੁਛ ਵੀ ਨਿੱਕੀਆਂ ਚੀਜ਼ਾਂ, ਨਹੀਂ। ਸਿਰਫ ਪੁਆਇੰਟ ਟੂ ਪੁਆਇੰਟ ਗੱਲਾਂ ਹੋਣਗੀਆਂ। ਚਲੋ ਖੰਡੀ ਧੁਨੀਆਂ ਦਾ ਪਤਾ ਲੱਗ ਗਿਆ। ਖੰਡੀ ਧੁਨੀਆਂ ਦਾ ਪਤਾ ਲੱਗ ਗਿਆ। ਖੰਡੀ ਧੁਨੀਆਂ ਹੋ ਗਈਆਂ ਆਪਣੀਆਂ, ਅਖੰਡੀ ਧੁਨੀਆਂ ਵੀ ਹੋ ਗਈਆਂ, ਠੀਕ ਹੈ। ਹੁਣ ਇਹਦੇ ਵਿੱਚ ਕੀ ਹੈ? ਖੰਡੀ ਧੁਨੀਆਂ ਦੇ, ਅਖੰਡੀ ਧੁਨੀਆਂ ਦੀ ਵੀ ਤੁਹਾਨੂੰ ਮੈਂ ਪ੍ਰੋਪਰ ਐਕਸਪਲੇਨੇਸ਼ਨ ਦੇਤੀ, ਐਗਜ਼ਾਮਪਲਾਂ ਵੀ ਦੇਤੀਆਂ ਜਿੰਨੀਆਂ ਹੋ ਸਕਦੀਆਂ ਸੌਖੇ ਤਰੀਕੇ ਨਾਲ। ਸਵਰ ਵੀ ਹੋ ਗਏ, ਵਿਅੰਜਨ ਸਿੰਪਲ ਐਕਸਪਲੇਨੇਸ਼ਨ ਨਹੀਂ ਕੀਤੀ ਅਜੇ ਆਪਾਂ, ਠੀਕ ਹੈ ਇਹਨਾਂ ਦੀ। ਹੁਣ ਆਪਾਂ ਚੱਲਦੇ ਹਾਂ ਅੱਗੇ। ਜਿੰਨਾ ਆਪਾਂ ਕਰ ਲਿਆ ਨਾਲ ਨਾਲ ਜੇ ਮੈਂ ਕੁਐਸਚਨ ਵੀ ਪੁੱਛਦਾ ਰਹੂੰਗਾ ਕੋਈ ਹਰਜ ਵਾਲੀ ਗੱਲ ਨਹੀਂ,
ਕਿਉਂਕਿ ਫਿਰ ਤੁਹਾਡੀ ਹੋਰ ਵੀ ਜ਼ਿਆਦਾ ਕਹਿ ਲਓ ਚੀਜ਼ ਦਿਮਾਗ 'ਚ ਜਾਂਦੀ ਜਾਂਦੀ ਤੁਸੀਂ ਪਕੜ ਕੇ ਉਹਨੂੰ ਆਪਦੇ ਕੋਲ ਰੱਖ ਲਓਗੇ। ਹੁਣ ਕੀ ਹੈ, ਆਪਾਂ ਕੀਤਾ ਕੀ ਹੈ ਪਹਿਲਾਂ ਦੱਸੋ ਮੈਨੂੰ। ਪੰਜਾਬੀ ਦੀ ਜਿਹੜੀ ਕਹਿ ਲਓ ਧੁਨੀ ਬੋਧ ਦੇ ਪ੍ਰਕਾਰ, ਧੁਨੀ ਬੋਧ ਦੇ ਪ੍ਰਕਾਰ ਕੁਐਸਚਨ ਪੁੱਛਿਆ ਗਿਆ। ਠੀਕ ਹੈ, ਆਪਾਂ ਹੁਣੇ ਕੀਤਾ, ਕਿੰਨੇ ਆਣਗੇ, 2 ਆ ਜਾਣਗੇ। ਠੀਕ ਹੈ, ਹੁਣ ਦੇਖੋ, ਹੁਣ ਇੱਕ ਕੁਐਸਚਨ ਪੁੱਛਿਆ ਗਿਆ ਕਿ ਕਿਹੜਾ ਧੁਨੀ ਦਾ ਪ੍ਰਕਾਰ, ਮੈਂ ਹੁਣੇ ਬਣਾ ਰਿਹਾ ਆਪਦੇ ਕੋਲ ਕੁਐਸਚਨ, ਕੋਈ ਇਹ ਨਹੀਂ ਕਿ ਲਿਖੇ ਹੋਏ ਆ ਕਿਤੇ, ਨਹੀਂ, ਜੋ ਕਰਾ ਰਿਹਾ ਤੁਹਾਨੂੰ ਟਾਈਮ ਟੂ ਟਾਈਮ ਕਰਾ ਰਿਹਾ। ਕਿਹੜਾ ਧੁਨੀ ਦਾ ਪ੍ਰਕਾਰ ਹੈ ਜਿਹੜਾ ਸੁਤੰਤਰ ਵਿਚਰ ਸਕਦਾ ਹੈ। ਠੀਕ ਹੈ, ਤਾਂ ਉਹ ਆਨਸਰ ਆਪਣਾ ਕੀ ਆਊਗਾ, ਖੰਡੀ ਧੁਨੀ। ਠੀਕ ਹੈ, ਹੁਣ ਤੀਸਰਾ ਮੰਨ ਲਓ ਆਪਾਂ ਕੀ ਕੀਤਾ, ਤੀਸਰਾ ਮੰਨ ਕੇ ਚੱਲੋ ਕਿ ਹੁਣ ਇੱਕ ਵਿਸ਼ਾ ਰਹੂਗਾ ਤੁਹਾਡਾ, ਉਹ ਜਿਹੜਾ ਵੀ ਕਹਿ ਰਹੇ ਹੋ ਤੁਸੀਂ ਕਿ ਕੰਟਰੋਵਰਸੀ ਦਾ, ਖੰਡੀ ਧੁਨੀਆਂ ਦੇ ਪ੍ਰਕਾਰ, ਖੰਡੀ ਧੁਨੀਆਂ ਦੇ ਪ੍ਰਕਾਰ। ਠੀਕ ਹੈ, ਤਾਂ ਇਹਦੇ ਵਿੱਚ ਮੈਂ ਤੁਹਾਨੂੰ ਜੋ ਦੱਸਿਆ ਕਿ ਜੇ ਸਵਰ ਰਹਿਤ ਤੋਂ ਪੁੱਛਿਆ ਜਾਵੇ ਤਾਂ ਦੂਸਰੇ ਆਪਣੇ ਵਿਅੰਜਨ ਤੋਂ ਬਿਨਾਂ ਪੁੱਛਿਆ ਜਾਵੇ, ਜਿਹੜੇ 2 ਆਪਣੇ ਅਰਧ ਸਵਰ ਤੋਂ ਬਿਨਾਂ, ਤਾਂ ਫਿਰ ਆਪਣੇ 3 ਆਣਗੇ। ਜੇ ਵਿੱਚ ਪੁੱਛਿਆ ਜਾਵੇ ਤਾਂ 2 ਆ ਜਾਣਗੇ। ਠੀਕ ਹੈ, ਬਾਕੀ ਇਹ ਕੁਐਸਚਨ ਆਉਂਦਾ ਨਹੀਂ, ਸਿੰਪਲ, ਤੁਹਾਨੂੰ ਧਿਆਨ 'ਚ ਰੱਖਿਓ। ਜੇ ਆ ਵੀ ਗਿਆ ਤਾਂ ਕੋਈ ਗੱਲ ਨਹੀਂ, ਤੁਸੀਂ ਉਹਦੇ ਆਪਣੀ PSCB ਬੁੱਕ ਦੇ ਅਕੋਰਡਿੰਗ ਲਾਇਆ ਹੋ, ਤੇ ਜੇ ਤੁਹਾਨੂੰ ਮਿਲਦਾ ਬੁੱਕ ਦੇ ਵਿੱਚ ਲਿਖਿਆ ਹੈ ਤਾਂ ਆਈ ਥਿੰਕ, ਮੈਂ ਬੁੱਕਸ ਦੇਖੀਆਂ ਸੀ ਸੌਰੀ, ਤਾਂ ਉਹਨਾਂ ਵਿੱਚ ਮੈਨੂੰ ਕੁਛ ਖਾਸ ਲੱਗਿਆ ਨਹੀਂਗਾ ਕਿ ਜਿਹੜਾ ਤੁਹਾਡੇ ਐਗਜ਼ਾਮ ਦੇ ਪੁਆਇੰਟ ਆਫ ਵਿਊ ਤੋਂ ਜ਼ਿਆਦਾ ਹੀ ਤੁਹਾਨੂੰ ਕਹਿ ਲਓ ਲੈਵਲ ਦਾ ਹੋਵੇ। ਉਹ ਬੱਚਿਆਂ ਦਾ ਕੰਮ ਹੈ, ਉਹ ਫਿਰ ਪੜ੍ਹ ਕੇ ਤਾਂ ਤੁਹਾਡੇ ਬੇਸਿਕ ਤਾਂ ਮੈਂ ਹੀ ਕਲੀਅਰ ਕਰਾ ਦੇਣੇ ਇਸੇ ਵੀਡੀਓ 'ਚ। ਚਲੋ ਹੁਣ ਆਪਾਂ ਚੱਲਦੇ ਹਾਂ ਅੱਗੇ। ਹੁਣ ਮੰਨ ਕੇ ਚੱਲੋ ਉਦੋਂ ਬਾਅਦ ਇੱਕ ਕੁਐਸਚਨ ਹੋਰ ਬਣ ਜਾਂਦਾ ਆਪਣਾ, ਇਹਦੇ ਵਿੱਚ ਆਪਾਂ ਲਾਸਟ ਪੁਆਇੰਟ ਅਖੰਡੀ ਧੁਨੀਆਂ ਦੇ ਵਿੱਚ ਕੀਤਾ ਸੀਗਾ, ਆਈ ਥਿੰਕ 4th ਨੰਬਰ ਤੇ ਪੁਆਇੰਟ ਸੀਗਾ ਉਹ। ਹਾਂ, ਇਹਦੇ ਵਿੱਚ ਸੀਗਾ ਆਪਣੇ ਕੋਲੇ ਕਿ ਲਹਿਜਾ, ਜਾਂ ਜਿਹਨੂੰ ਆਪਾਂ ਕਿਹਾ ਸੀਗਾ ਪਿਚ ਦਾ ਸੰਬੰਧ ਕਿਸ ਨਾਲ ਹੈ, ਤਾਂ ਹੁਣ ਬਹੁਤ ਬੱਚੇ ਦਾ ਧਿਆਨ ਚੋਂ ਨਿਕਲ ਗਿਆ ਹੋਣਾ, ਤਾਂ ਆਪਣਾ ਰਾਈਟ ਆਨਸਰ ਕੀ ਆਊਗਾ, ਵਿਸ਼ਰਾਮ ਚਿੰਨ੍ਹ ਨਾਲ। ਠੀਕ ਹੈ, ਪਿਚ ਦਾ ਜਿਹੜਾ ਸੰਬੰਧ ਹੈ ਆਪਣਾ ਕਿਹਦੇ ਨਾਲ ਹੈਗਾ, ਵਿਸ਼ਰਾਮ ਚਿੰਨ੍ਹ ਦੇ ਨਾਲ ਹੈਗਾ। ਕਲੀਅਰ ਹੋ ਰਹੀਆਂ ਚੀਜ਼ਾਂ ਤੁਹਾਨੂੰ। ਮੈਂ ਅਨੁਨਾਸਿਕ ਵੀ ਦੱਸਦੇ ਸੀ ਤੁਹਾਨੂੰ ਕਿ ਕਿਹੜੇ ਹੈਗੇ ਅਨੁਨਾਸਿਕ ਵੀ, ਇਹਦੇ ਵਿੱਚ ਦੱਸਤਾ ਜੀ ਤੁਹਾਨੂੰ, ਤਾਨ ਆ ਗਿਆ, ਖਿੱਚ ਆ ਗਿਆ, ਆਪਣਾ ਸੁਰ ਆ ਗਿਆ, ਸੁਰ ਲਹਿਰ ਆ ਗਿਆ, ਬਲ, ਦਬਾਅ, ਸਾਰੀਆਂ ਚੀਜ਼ਾਂ ਦੱਸਤੀਆਂ ਸੀ ਤੁਹਾਨੂੰ ਮੈਂ। ਹੁਣ ਇਹਦੇ ਵਿੱਚ ਇੱਕ ਹੋਰ ਚੀਜ਼ ਆਊਗੀ। ਠੀਕ ਹੈ, ਮੈਂ ਸਵਰ ਆਪਾਂ ਕਰਾਂਗੇ, ਸਵਰ ਦੇ ਵਿੱਚ ਆਪਣੇ ਕੋਲ ਕੀ ਆ ਸਕਦਾ, ਕਿ ਇਹਦੇ ਵਿੱਚ ਕਿਹੜੇ ਸਵਰ ਆਪਣੇ ਕੋਲੇ, ਕਿੰਨੀਆਂ ਧੁਨੀਆਂ ਹੈਗੀਆਂ, ਇਹ ਸਾਰੀਆਂ ਚੀਜ਼ਾਂ ਤੁਹਾਨੂੰ ਮੈਂ ਹੁਣੇ ਕਰਾ ਦਿੰਦਾ। ਬਾਕੀ ਦੇਖਦੇ ਹਾਂ ਜੇ ਟਾਈਮ ਤੇ ਅਕੋਰਡਿੰਗ, ਜ਼ਿਆਦਾ ਲੈਂਥੀ ਨਹੀਂ ਕਰਨਾ ਆਪਾਂ। ਹੁਣ ਆਪਾਂ ਚੱਲਦੇ ਹਾਂ ਅੱਗੇ। ਹੁਣ ਅੱਗੇ ਕੀ ਆਊਗਾ ਆਪਣੇ ਕੋਲੇ, ਇਹਨੂੰ ਧੁਨੀਗ੍ਰਾਮ ਵੀ ਕਹਿ ਦਿੰਦੇ ਆਪਾਂ। ਠੀਕ ਹੈ, ਇਹਨਾਂ ਚੀਜ਼ਾਂ 'ਚ ਕਨਫਿਊਜ਼ ਨਹੀਂ ਹੋਣਾ, ਜਿਹੜੇ 1-1 2-2 ਵਰਡ ਹੁੰਦੇ ਆ ਕਿ ਇਹਨਾਂ ਨੂੰ ਕਹਿੰਦੇ ਕੀ ਹੈ ਜਾਂ ਕੁਛ ਵੀ ਹੈ, ਕਿਵੇਂ ਵੀ ਹੈ। ਹੁਣ ਆ ਗਿਆ ਆਪਣੇ ਕੋਲੇ ਅੱਗੇ ਸਵਰ ਹੁੰਦੇ ਕਿਹੜੇ ਪਹਿਲਾਂ ਆਪਣੇ ਕੋਲੇ, ਵੈਸੇ ਤਾਂ ਮੈਂ ਦੱਸ ਹੀ ਚੁੱਕਿਆ। ਸਵਰ ਕਿੰਨੇ ਹੁੰਦੇ ਪੰਜਾਬੀ ਦੇ ਵਿੱਚ, 3 ਹੁੰਦੇ ਆ। ਧਿਆਨ ਨਾਲ ਸੁਣੀ ਚੱਲੋ ਜਿਹੜੀਆਂ ਮੈਂ ਗੱਲਾਂ ਹੁਣ ਕਰਨ ਜਾ ਰਿਹਾ। ਸਵਰ ਕਿੰਨੇ ਹੁੰਦੇ ਆ, 3 ਹੁੰਦੇ ਆ। ਸਵਰਾਂ ਦਾ ਆਪਣੀ ਜੇ ਡੈਫੀਨੇਸ਼ਨ ਕੋਈ ਪੁੱਛ ਲੇ, ਉਹ ਧੁਨੀਆਂ ਜਿਹੜੀਆਂ ਬਿਨਾਂ ਕਿਸੇ ਰੁਕਾਵਟ ਤੋਂ ਬਿਨਾਂ ਕਿਸੇ ਰੁਕਾਵਟ ਤੋਂ ਨਿਕਲਣ। ਠੀਕ ਹੈ, ਉਹ ਕੀ ਹੈ, ਸਵਰ ਆਪਣੇ। ਕਲੀਅਰ ਹੈ। ਹੁਣ ਦੇਖੋ ਅੱਗੋਂ ਕੀ ਕਿਹੜੇ ਹੈਗੇ ਆ, ਊੜਾ, ਆੜਾ ਤੇ ਈੜੀ। ਠੀਕ ਹੈ, ਹੁਣ ਇਹਦੇ ਵਿੱਚ ਦੇਖੋ ਇੱਕ ਚੀਜ਼ ਧਿਆਨ ਰੱਖਣੀ ਹੈ ਕੁਐਸਚਨ ਦੇ ਵਿੱਚ, ਬਸ ਆ ਲਾਸਟ ਹੀ ਹੈ, ਫਿਰ ਉਸ ਤੋਂ ਬਾਅਦ ਆਪਾਂ ਨੈਕਸਟ ਪਾਰਟ ਦੇ ਵਿੱਚ ਕਰਾਂਗੇ। ਇਹ ਕੀ ਹੈ ਆਪਣੇ ਕੋਲੇ 3 ਹੈਗੇ ਆ ਸਵਰ ਅੱਖਰ। ਆ ਸਭ ਤੋਂ ਮੇਨ ਚੀਜ਼ ਹੈ ਜਿਹੜੀ ਤੁਸੀਂ ਯਾਦ ਰੱਖਣੀ ਹੈ। ਸਵਰ ਅੱਖਰ ਕਿਹੜੇ ਆਪਣੇ ਕੋਲ, ਊੜਾ, ਆੜੀ ਤੇ ਕਿੰਨੇ ਹੁੰਦੇ ਆ, 3 ਹੁੰਦੇ ਆ। ਉਸ ਤੋਂ ਬਾਅਦ ਕੀ ਹੈ, ਸਵਰ ਧੁਨੀਆਂ, ਇਹ ਦੋਨੋਂ ਅਲੱਗ-ਅਲੱਗ ਹੈ। ਸਵਰ ਅੱਖਰ ਕੀ ਹੈ, 3, ਊੜਾ, ਆੜਾ, ਈੜੀ। ਸਵਰ ਧੁਨੀਆਂ ਕਿਹੜੀਆਂ, 10 ਆਣਗੀਆਂ। ਕਿਹੜੀਆਂ ਸਵਰ ਧੁਨੀਆਂ, 10 ਆਣਗੀਆਂ ਆਪਣੇ ਕੋਲੇ। ਤਾਂ ਚਲੋ ਇੰਨਾ ਹੀ ਸਫੀਸ਼ੀਐਂਟ ਅੱਜ ਲਈ, ਬਸ ਇੰਨਾ ਹੀ ਬੇਸਿਕ ਕਲੀਅਰ ਕਰ ਲਓ ਤੁਸੀਂ। ਇਹਦੇ ਇੱਕ ਕੰਮ ਕਰਿਓ, ਕੁਐਸਚਨ ਬਣਾ ਲਿਓ ਖੁਦ ਜਿੰਨੇ ਬਣਾ ਸਕਦੇ ਹੋ। ਠੀਕ ਹੈ, ਉਹਦੇ ਆਨਸਰ ਕਰਿਓ, ਫਿਰ ਗਰੁੱਪ ਦੇ ਵਿੱਚ ਸੈਂਡ ਕਰ ਦਿਓ। ਜੇ ਕੋਈ ਇਹਦੇ ਵਿੱਚੋਂ ਡਾਊਟ ਰਹਿ ਗਿਆ ਹੋਵੇ ਤਾਂ ਜ਼ਰੂਰ ਦੱਸ ਦਿਓ। ਆਈ ਥਿੰਕ ਮੈਂ ਸਾਰੇ ਕਲੀਅਰ ਕਰਾ ਦੇ ਡਾਊਟ। ਫਿਰ ਵੀ ਆਪਾਂ ਨੈਕਸਟ ਪਾਰਟ ਦੇ ਵਿੱਚ ਕਰਾਂਗੇ ਉਹ ਸਾਰੀਆਂ ਚੀਜ਼ਾਂ।
ਇਹਦੀਆਂ ਸਵਰ ਧੁਨੀਆਂ ਪੂਰੀ ਯਾਦ ਕਰਾਉਣ ਵਾਸਤੇ ਮੈਂ ਟ੍ਰਿਕ ਵੀ ਦੱਸੂਗਾ ਇੱਕ ਛੋਟੀ ਜੀ। 35 ਅੱਖਰੀ ਮੈਨੂੰ ਦੱਸ ਕੇ ਜਾਇਓ ਕਿ ਯਾਦ ਹੋਗੀ ਕਿਸੇ ਨੂੰ ਕਿ ਨਹੀਂ। ਚਲੋ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਆਪਣਾ ਕੀਮਤੀ ਸਮੇਂ ਦੇਣ ਲਈ।